हालेलुया, जोर से बोलो हालेलुया। प्रभु यीशु मसीह दे सामर्थी और मिठे नाम विच जैमसी दी प्रभु दा धन्नवाद अते शुक्र करदे हां कि जिस खुदावंद खुदा ने सानू अज दा दिन दिता कि असीं प्रभु दी महिमा करने पाइए। प्रभु दा धन्नवाद है कि अज काफ़ी दिनां दे बाद लगभग नवें साल दा नवें साल दे विच अज पहली आराधना है जिस विच असीं सब कि अज प्रभु दे घर दे विच आए हां। प्रभु दा धन्नवाद करदे हां। सचमुच प्रभु ने तुहाडे मनां दे विच पाया, प्रभु ने तुहाडे दिलां दे विच पाया कि सचमुच सतवां दिन उस खुदा दा है। आमीन, हालेलुया। सुनिया सी जमूद दे विच की सुनिया सी? की सुनिया सी? कोई भी जाने एक जणा दसो। हालेलुया। मैं हालेलुया कितनी बार बोलता, किन्ने जाने सुनिया तो उसनू बोलिया। यही कारण है ਅਸੀਂ ਅੱਜ ਤੱਕ ਸਫਲ ਨਹੀਂ ਹੋ ਰਹੇ। ਮੈਨੂੰ ਲੱਗ ਰਿਹਾ ਸੀ ਕਿ ਮੈਂ ਵਚਨ ਉਹ ਨਹੀਂ ਕਰਨਾ, ਪਰ ਫਿਰ ਮੈਨੂੰ ਇੱਕ ਬੰਨੇ ਆਵਾਜ਼ ਵੀ ਆ ਰਹੀ ਕਿ ਉਹੀ ਵਚਨ ਕਰ। ਮੈਂ ਹੁਣ ਵੀ ਇੱਥੇ ਬੈਠਾ ਸੋਚ ਰਿਹਾ ਸੀ, ਅਸੀਂ ਗੀਤ ਗਾ ਰਹੇ ਸੀ ਬਰਕਤ ਦੇ ਬਰਕਤ ਦੇ। ਮੈਂ ਹੁਣ ਸੋਚ ਰਿਹਾ ਸੀ ਕਨਫਿਊਜ਼ਨ ਹੋ ਗਿਆ ਸੀ ਕਿ ਮੈਂ ਬਰਕਤ ਵਾਲਾ ਪ੍ਰਚਾਰ ਕਰਾਂ ਜਾਂ ਜਿਹੜਾ ਪ੍ਰਚਾਰ ਅੱਜ ਸ਼ਰਾਬਾਨੀ ਤੇ ਕਰਨਾ ਹੈ ਉਹ ਕਰਾਂ। ਅਸੀਂ ਕਹਿ ਤਾਂ ਰਹੇ ਸੀ ਬਰਕਤ ਦੇ, ਪਰ ਬਰਕਤ ਲੈਣ ਦਾ ਤਰੀਕਾ ਕੀ ਹੈ? ਬਰਕਤ ਕਿਸ ਢੰਗ ਨਾਲ ਲੈ ਸਕਦੇ ਆ? ਬਰਕਤ ਲੈਣਾ ਵੀ ਆਸਾਨ ਨਹੀਂ ਹੈ। ਇਹ ਨਹੀਂ ਕਿ ਕਹਿਤਾ ਬਰਕਤ ਮਿਲ ਜੇ ਤੇ ਬਰਕਤ ਮਿਲ ਗਈ, ਉਹਦਾ ਵੀ ਤਰੀਕਾ ਹੈ। ਕੋਈ ਵੀ ਚੀਜ਼ ਅਸੀਂ ਦੁਕਾਨਦਾਰ ਦੇ ਕੋਲੋਂ ਲੈਣ ਜਾਂਦੇ ਆ ਜਾਂ ਦੁਕਾਨ ਤੇ ਲੈਣ ਜਾਂਦੇ ਆ, ਸਾਨੂੰ ਉੱਥੋਂ ਤੱਕ ਜਾਣਾ ਪੈਂਦਾ, ਸਾਨੂੰ ਉਹਨਾਂ ਨੂੰ ਜਾ ਕੇ ਕਹਿਣਾ ਪੈਂਦਾ ਹੈ ਸਾਨੂੰ ਇਸ ਚੀਜ਼ ਦੀ ਕੀ ਜ਼ਰੂਰਤ ਹੈ। ਹਰ ਇੱਕ ਚੀਜ਼ ਨੂੰ ਲੈਣ ਦਾ ਖਰੀਦਣ ਦਾ ਇੱਕ ਢੰਗ ਹੈ। ਇਸੇ ਪ੍ਰਕਾਰ ਦੇ ਨਾਲ ਮੇਰੇ ਅਜ਼ੀਜ਼ੋ ਬਰਕਤ ਲੈਣ ਦਾ ਵੀ ਕੀ ਇੱਕ ਢੰਗ ਹੈ, ਬਰਕਤ ਲੈਣ ਦਾ ਵੀ ਕੀ ਇੱਕ ਤਰੀਕਾ ਹੈ। ਅਗਰ ਅਸੀਂ ਉਸ ਤਰੀਕੇ ਨੂੰ ਉਸ ਢੰਗ ਨੂੰ ਅਪਣਾਵਾਂਗੇ ਫੇਰ ਹੀ ਅਸੀਂ ਬਰਕਤ ਨੂੰ ਲੈ ਕੇ ਸਕਦੇ ਹਾਂ, ਫੇਰ ਹੀ ਅਸੀਂ ਆਪਣੀ ਬਰਕਤ ਨੂੰ ਉਸ ਖੁਦਾ ਦੇ ਕੋਲੋਂ ਲੈ ਕੇ ਸਕਦੇ ਹਾਂ। ਅਗਰ ਅਸੀਂ ਉਸ ਢੰਗ ਨੂੰ ਨਹੀਂ ਅਪਣਾਉਂਦੇ, ਅਗਰ ਅਸੀਂ ਉਸ ਬਰਕਤ ਨੂੰ ਨਹੀਂ ਅਪਣਾਉਂਦੇ, ਅਗਰ ਅਸੀਂ ਉਸ ਢੰਗ ਨੂੰ ਨਹੀਂ ਅਪਣਾਉਂਦੇ, ਉਸ ਜਿਹੜਾ ਬਰਕਤ ਲੈਣ ਦਾ ਜਿਹੜਾ ਸਾਰਾ ਕੀ ਸਰਕਲ ਹੈ ਉਸ ਨੂੰ ਅਗਰ ਅਸੀਂ ਫੋਲੋ ਨਹੀਂ ਕਰਦੇ, ਉਸ ਨੂੰ ਆਪਣੀ ਜ਼ਿੰਦਗੀਆਂ ਵਿੱਚ ਨਹੀਂ ਅਪਣਾਉਂਦੇ ਤਾਂ ਅਸੀਂ ਕਦੀ ਵੀ ਫਿਰ ਫਲਦਾਰ ਨਹੀਂ ਬਣ ਸਕਦੇ, ਕਦੀ ਵੀ ਸਾਨੂੰ ਉਸ ਬਰਕਤ ਦਾ ਪ੍ਰਤੀਫਲ ਮਿਲ ਨਹੀਂ ਸਕਦਾ। ਫਿਰ ਸਿਰਫ ਅਸੀਂ ਕਹਿ ਹੀ ਸਕਦੇ ਹਾਂ ਬਰਕਤ ਦੇ ਤੇ ਪਰ ਬਰਕਤ ਮਿਲੇਗੀ ਨਹੀਂ। ਫਿਰ ਅਸੀਂ ਸਿਰਫ ਕਹਿਣ ਹੀ ਵਾਲੇ ਬਣਾਂਗੇ ਕਿ ਹਾਂ ਅਸੀਂ ਬਰਕਤ ਆਵਾਂਗੇ, ਫਿਰ ਅਸੀਂ ਕੀ ਪ੍ਰਭੂ ਦਾ ਕਸੂਰ ਕੀ ਕੱਢਣ ਲੱਗ ਪੈਨੇ ਆ। ਫਿਰ ਅਸੀਂ ਕਹਿੰਦੇ ਪ੍ਰਭੂ ਨੇ ਬਰਕਤ ਤਾਂ ਦਿੱਤੀ ਨਹੀਂ। ਮੈਨੂੰ ਤਾਂ ਸਾਲ ਹੋ ਗਿਆ ਪ੍ਰਭੂ ਦੇ ਘਰ ਦੇ ਵਿੱਚ ਜਾਂਦੇ ਨੂੰ, ਮੈਨੂੰ ਤਾਂ 2 ਸਾਲ ਹੋ ਗਏ ਪ੍ਰਭੂ ਦੇ ਘਰ ਵਿੱਚ ਜਾਂਦੇ ਨੂੰ, ਮੈਨੂੰ ਤਾਂ 3 ਸਾਲ ਹੋ ਗਏ, 4 ਸਾਲ ਹੋ ਗਏ, 25 ਸਾਲ ਹੋ ਗਏ, 30 ਹੋ ਗਏ, ਮੈਨੂੰ ਤਾਂ ਅੱਜ ਤੱਕ ਬਰਕਤ ਮਿਲੀ ਨਹੀਂ। ਫਿਰ ਬਾਹਰ ਜਾ ਕੇ ਦੂਸਰੀਆਂ ਜਗ੍ਹਾ ਤੇ ਜਾ ਕੇ ਫਿਰ ਅਸੀਂ ਚਰਚ ਦਾ ਕਸੂਰ ਕੀ ਕੱਢ ਦਿੰਨੇ ਆ, ਦਾਸਾਂ ਦਾ ਕਸੂਰ ਕੀ ਕੱਢ ਦਿੰਨੇ ਆ ਕਿ ਸਾਨੂੰ ਉਸ ਚਰਚ ਵਿੱਚੋਂ ਬਰਕਤ ਨਹੀਂ ਮਿਲੀ, ਉਸ ਦਾਸ ਦੇ ਕੋਲ ਜਾਂਦੇ ਸੀ ਉੱਥੋਂ ਬਰਕਤ ਨਹੀਂ ਮਿਲੀ। ਪਰ ਆਪਣਾ ਕਸੂਰ ਅਸੀਂ ਕਦੀ ਵੀ ਕੱਢਦੇ ਨਹੀਂ। ਅਸੀਂ ਆਪਣੀਆਂ ਗਲਤੀਆਂ ਨਹੀਂ ਦੱਸਦੇ, ਆਪਣੀਆਂ ਕਮੀਆਂ ਨਹੀਂ ਦੱਸਦੇ ਕਿ ਜਿਹੜੀਆਂ ਗਲਤੀਆਂ ਗੁਨਾਹ ਮੈਂ ਪ੍ਰਭੂ ਦੇ ਘਰ ਦੇ ਵਿੱਚ ਜਾ ਕੇ ਜਿਨ੍ਹਾਂ ਦੀ ਮਾਫੀ ਮੰਗੀ ਸੀ, ਜਿਸ ਵੇਲੇ ਮੈਂ ਪ੍ਰਭੂ ਨੂੰ ਕਿਹਾ ਸੀ ਪ੍ਰਭੂ ਮੈਂ ਇਹਨਾਂ ਗਲਤੀਆਂ ਗੁਨਾਹ ਨੂੰ ਅੱਜ ਤੋਂ ਬਾਅਦ ਨਹੀਂ ਕਰਾਂਗਾ, ਨਹੀਂ ਕਰਾਂਗੀ, ਫਿਰ ਤਾਂ ਮੈਂ ਉਹ ਕਰ ਰਹੀ ਹਾਂ, ਫਿਰ ਤਾਂ ਮੈਂ ਉਹ ਕਰ ਰਿਹਾ ਵਾਂ, ਤਾਂ ਫਿਰ ਅਸੀਂ ਬਰਕਤ ਦੇ ਹੱਕਦਾਰ ਕਿਵੇਂ ਹੋ ਸਕਦੇ ਹਾਂ? ਵਚਨ ਵਿੱਚ ਲਿਖਿਆ ਯੀਸ਼ੂ ਨੂੰ ਬਾਰ-ਬਾਰ ਕਰੂਸ ਦੇ ਉੱਤੇ ਨਾ ਚੜਾਓ। ਮੇਰੇ ਅਜ਼ੀਜ਼ੋ ਜਦ ਅਸੀਂ ਬਾਰ-ਬਾਰ ਗਲਤੀਆਂ ਕਰਕੇ ਤੌਬਾ ਕਰਦੇ ਹਾਂ, ਬਾਰ-ਬਾਰ ਉਸ ਖੁਦਾ ਨੂੰ ਕਰੂਸ ਦੇ ਉੱਤੇ ਕੀ ਚੜਾਉਂਦੇ ਆ। ਕੱਲ ਮੈਂ ਇੱਕ ਕੋਟੇਸ਼ਨ ਮੈਂ ਪੜ੍ਹ ਰਿਹਾ ਸੀ, ਫੇਸਬੁੱਕ ਮੈਂ ਸਕਰੋਲ ਕਰ ਰਿਹਾ ਸੀ, ਫੇਸਬੁੱਕ ਨੂੰ ਖੋਲ ਰਿਹਾ ਸੀ, ਉਸ ਜਗ੍ਹਾ ਦੇ ਵਿੱਚ ਇੱਕ ਪ੍ਰਭੂ ਦੇ ਦਾਸ ਨੇ ਇੱਕ ਕੋਟੇਸ਼ਨ ਇੱਕ ਚੀਜ਼ ਨੂੰ ਉਸ ਜਗ੍ਹਾ ਦੇ ਵਿੱਚ ਪਾਇਆ ਹੋਇਆ ਸੀ। ਮੈਂ ਰਾਤ ਦਾ ਲੈ ਕੇ ਉਸ ਚੀਜ਼ ਨੂੰ ਬਹੁਤ ਚਿੰਤਿਤ ਹਾਂ ਕਿ ਕਿਸ ਪ੍ਰਕਾਰ ਦੇ ਨਾਲ ਹੋ ਸਕਦਾ ਹੈ। ਉਸ ਕੋਟੇਸ਼ਨ ਵਿੱਚ ਉਸ ਚੀਜ਼ ਵਿੱਚ ਲਿਖਿਆ ਹੋਇਆ ਸੀ ਕਿ ਪਰਮੇਸ਼ਵਰ ਨੇ ਆਪਣੇ ਪੁੱਤਰ ਨੂੰ ਨਹੀਂ ਬਖਸ਼ਿਆ ਉਸ ਸੂਲੀ ਉੱਤੇ ਚੜਾਉਣ ਦੇ ਲਈ। ਅਗਰ ਅੱਜ ਅਸੀਂ ਗਲਤੀਆਂ ਕਰ ਰਹੇ ਹਾਂ, ਅਸੀਂ ਗੁਨਾਹ ਕਰ ਰਹੇ ਹਾਂ, ਬਾਰ-ਬਾਰ ਯੀਸ਼ੂ ਨੂੰ ਸਲੀਬ ਦੇ ਉੱਤੇ ਚੜਾ ਰਹੇ ਹਾਂ, ਫਿਰ ਉਹ ਪਰਮੇਸ਼ਵਰ ਸਾਨੂੰ ਕਿਵੇਂ ਬਖਸ਼ ਦੇਵੇਗਾ? ਫਿਰ ਅਸੀਂ ਕਿਸ ਪ੍ਰਕਾਰ ਦੇ ਨਾਲ ਕਹਿ ਸਕਦੇ ਹਾਂ ਕਿ ਉਹ ਪਰਮੇਸ਼ਵਰ ਮੇਰੇ ਉੱਤੇ ਤਰਸ
कर लवेगा। ओ परमेश्वर मैनू माफ करके मैनू डिग्या रहन नहीं देवेगा, मैनू मुश्किल दे विच पैन नहीं देवेगा। उस जगह दे विच इस प्रकार दे नाल प्रभु दे दास ने लिखिया सी, उस परमेश्वर ने अपने इकलौते पुत्र नू, उसदा इक्को ही एक बेटा सी, उस इकलौते पुत्र नू भी उसने नहीं बख्शिया। उसने तुहाडे ते मेरे लिए उसने अपने इकलौते पुत्र दा भी सरफा नहीं कीता। उसनू भी उसने कलवरी क्रूस दे उत्ते चढ़ा दिता। अज असी गलतियां कर रहे हैं, गुनाह कर रहे हैं, असी किस तरह बच सकते हैं? अगर उसने अपने पुत्र नू नहीं बख्शिया तो सानू किवें बख्श देवेगा? मेरे जीजो, सचमुच सानू इस चीज ते मनन करन दी जरूरत है, इस चीज ते गौर करन दी जरूरत है कि असी प्रभु दे पाक हजूरी दे विच आउंदे आ, उस दे वचनां नू सुनदे आ, रीझ नाल सुनने वाले की बन जाइए। हजे तां 10-15 मिनट भी नहीं होए, ਅਸੀਂ ਪ੍ਰਭੂ ਦੇ ਵਚਨ ਦੇ ਵਿੱਚੋਂ ਪਾਕ ਜ਼ਬੂਰ ਦੇ ਵਿੱਚੋਂ ਸੁਣਿਆ ਕਿ ਅਸੀਂ ਆਪਣੇ ਪਰਮੇਸ਼ਵਰ ਦੀ ਆਵਾਜ਼ ਨੂੰ ਰੀਝ ਦੇ ਨਾਲ ਸੁਣੀਏ ਅਤੇ ਉਸ ਰੀਝ ਨਾਲ ਸੁਣਨ ਦਾ ਅਸੀਂ ਵਿਸਤਾਰ ਸਹਿਤ ਸਿੱਖਿਆ ਕਿ ਰੀਝ ਨਾਲ ਅਸੀਂ ਪ੍ਰਭੂ ਨੂੰ ਕਿਸ ਪ੍ਰਕਾਰ ਦੇ ਨਾਲ ਸੁਣ ਸਕਦੇ ਹਾਂ। ਮੇਰੇ ਜੀਜ਼ੋ, ਪਰਮੇਸ਼ਵਰ ਦੀ ਇਬਾਦਤ ਰੀਝ ਨਾਲ ਕਰਨ ਵਾਲੇ ਬਣ ਜਾਈਏ। ਬਰਕਤ ਲੈਣ ਦਾ ਪਹਿਲਾ ਤੇ ਮੁੱਢਲਾ ਕਾਰਨ ਇਹੀ ਹੈ। ਅਗਰ ਤੁਸੀਂ ਸੱਚਮੁੱਚ ਚਾਹੁੰਦੇ ਹੋ ਕਿ ਅਸੀਂ ਪਰਮੇਸ਼ਵਰ ਦੇ ਘਰ ਦੇ ਵਿੱਚ ਆਏ ਹਾਂ, परमेश्वर की हजूरी विच सानू साल हो गया, 2 साल हो गए, 3 साल हो गए, अगर हजे तक बरकत नहीं मिल रही, प्रभु यीशु मसीह के सामर्थी नाम विच मैं कहना रीझ नाल प्रभु की उपासना करने वाले बन जाओ। कुछ दिनों दे विच ही प्रभु तुहानू अपनी बरकत दे के अपना दिखा देगा कि वो केड़ा प्रभु है। वो अपना रूप तुहाडे सामने जाहिर की कर देगा कि मैं सचमुच बरकत देने वाला की खुदा वां, मैं सचमुच आशीष देने वाला खुदा वां। पर मेरे जीजो, इस तो पहला असी बरकत लईए, असी उस दे बरकत लैन दे तरीके नू की अपना लईए। किस प्रकार दे नाल बरकत लेना है? पहली चीज, असी परमेश्वर अपने यहोवा दी उपासना रीझ नाल करने वाले की बन जाइए। रीझ नाल उस दी आवाज नू सुनने वाले की बन जाइए। उसकी आवाज नू सुन के अनसुनिया करने वाले नहीं बल्कि उसते चलने वाले बन जाइए। तो परमेश्वर अपने स्वर्ग राज्य दियां खिड़कियां खोल के उसदा वचन कहंदा मैं तानू आशीषित की कर देवांगा। आमीन, हालेलुया, हालेलुया। ये है बरकत लैन दा मुੱਢਲਾ कारण। ये है असी बरकत फिर ही ले सकते हैं जब असी अपने यहोवा परमेश्वर दी रीझ नाल उपासना की करांगे। उसदा वचन दा कहंदा है तुसी अपने यहोवा परमेश्वर दी उपासना रीझ नाल करो तां तुहाडे रोटी पानी उत्ते बरकत देवेगा। वो तुहाडे विचों हर एक बीमारियां नू की कढ देवेगा, तुहाडे विचों हर एक बीमारियां नू कढ देवेगा, तुहाडे घर दे उत्ते बरकत दे देवेगा, तुहाडे रोटी पानी दे उत्ते तुहानू आशीषित की ओ कर देवेगा। पर मेरे जीजो, असी बरकत लैन दे उस कार उस तरीके नू अपनी जिंदगी दे विच अपना लईए कि असी किस तरीके दे नाल बरकत लेना है। प्रभु दे घर दे विच आना स्टार्ट कर दीजिए। अगर प्रभु दा वचन सचमुच प्रभु दा वचन कहंदा है, असी इस जगह दे विचों नहीं कहंदे कि 6 दिन काम करो, 7वें दिन वेल पा के अपने यहोवा परमेश्वर दी उपासना करो। ये असी नहीं कहंदे, जां परमेश्वर दे दास लोक नहीं कहंदे कि वो चर्च दे विच आउण दे लई कहंदे ने, वो भवन नू भरन दे लई कहंदे ने। नहीं, क्योंकि सानू परमेश्वर दा जीवित वचन कहंदा है कि 6 दिन परमेश्वर ने भी काम किया, 7वें दिन उसने भी उपासना नू की कीता। अज मेरे जीजो, असीं भी 6 दिन जद अपना काम करते हैं, अगर असीं 7वें दिन परमेश्वर दे घर दे विच आके परमेश्वर दी आराधना करांगे परमेश्वर साडी उस 6 दिनां दी कमाई नू भी दुगनी आशीषित की कर देवेगा। अज हो सकदा बहुत बार असीं 6 दिन काम करदे हां, 7वें दिन प्रभु दे घर दे विच भी नहीं हुंदे, वो भी काम दे विच गुजार दिंदे हां, पर साडी कमाई दा कोई भी सानू फायदा नहीं हो रहा। साडी कमाई कित्थे जा रही है? शेक वाली थैली दे विच की जा रही है। क्यों जा रही है? क्योंकि असीं उस बरकत लैन दे कार उस तरीके नू सही तरह अपना नहीं रहे। उस बरकत लैन दा तरीका यह है कि 6 दिन काम करो, 7वें दिन प्रभु दे घर दे विच आओ, तां 6 दिन वाली बरकत दे विच भी जिहड़ा तुसीं कमाया है, जिहड़ा तुसीं इकट्ठा कीता है, प्रभु उस नू भी दुगना कर देवेगा, प्रभु उस नू की वधा देवेगा। पर असीं की कर रहे हैं? असीं 7वें दिन भी प्रभु दे घर दे विच नहीं आ रहे, वो भी की खा रहे हैं।
7ਵਾਂ ਦਿਨ ਪ੍ਰਭੂ ਦੇ ਘਰ ਦਾ ਦਿਨ ਹੈ, ਉਹ ਵੀ ਅਸੀਂ ਖਾ ਰਹੇ ਹਾਂ, ਜਿਸ ਦੇ ਕਾਰਨ ਅਸੀਂ ਪਿਛਲੇ ਜਿਹੜੇ 6 ਦਿਨਾਂ ਦੇ ਵਿੱਚ ਬਰਕਤ ਨੂੰ ਪਾਇਆ, ਉਹ ਵੀ ਸਾਡੀ ਵਿਅਰਥ ਕੀ ਜਾ ਰਹੀ ਹੈ। ਮੇਰੇ ਜੀਜੋ 6 ਦਿਨ ਵਿੱਚ ਕਹਿੰਦਾ ਕੰਮ ਕਰੋ, 7ਵੇਂ ਦਿਨ ਪ੍ਰਭੂ ਦੇ ਘਰ ਦੇ ਵਿੱਚ ਆਓ ਤਾਂ ਤੁਸੀਂ ਆਸ਼ੀਸ਼ਿਤ ਕੀ ਬਣ ਜਾਓਗੇ। ਪ੍ਰਭੂ ਤੁਹਾਨੂੰ ਬਰਕਤ ਕੀ ਦੇ ਦਵੇਗਾ। ਅੱਜ ਮੇਰੇ ਜੀਜੋ ਅਸੀਂ ਪ੍ਰਭੂ ਦੇ ਘਰ ਦੇ ਵਿੱਚ ਆਏ ਹਾਂ, ਪ੍ਰਭੂ ਪੋਜ ਦੇ ਵਿੱਚ ਅਸੀਂ ਦਾਖਲ ਹੋਣਾ। ਉਸ ਦਾਖਲ ਹੋਣ ਤੋਂ ਪਹਿਲਾਂ ਪ੍ਰਭੂ ਦੇ ਨਾਲ ਇੱਕ ਵਾਚਾ ਨੂੰ ਬੰਨੀਏ ਕਿ ਪ੍ਰਭੂ ਇਸ ਸਾਲ ਦੇ ਵਿੱਚ ਖੁਦਾਇਆ, ਪ੍ਰਭੂ ਮੈਂ ਤੇਰੇ ਨਾਲ ਵਾਚਾ ਬੰਨਦੀ ਆ ਜਾਂ ਬੰਨਦਾ। ਪ੍ਰਭੂ ਮੈਂ 6 ਦਿਨ ਕੰਮ ਕਰਾਂਗੀ ਜਾਂ ਕਰਾਂਗਾ। ਪ੍ਰਭੂ 7ਵਾਂ ਦਿਨ ਤੇਰਾ ਹੈ, ਪ੍ਰਭੂ 7ਵਾਂ ਦਿਨ ਮੈਂ ਤੇਰਾ ਹੈ ਤੇ ਤੈਨੂੰ ਹੀ ਕੀ ਦਵਾਂਗਾ। ਆਮੇਨ, ਹਾਲੇਲੂਇਆ, ਹਾਲੇਲੂਇਆ। ਮੇਰੇ ਜੀਜੋ ਜਦ ਅਸੀਂ ਇਸ ਤਰੀਕੇ ਨੂੰ ਅਪਣਾ ਲਵਾਂਗੇ, ਕੁਝ ਦਿਨਾਂ ਦੇ ਵਿੱਚ ਹੀ ਪ੍ਰਭੂ ਤੁਹਾਨੂੰ ਅਤੇ ਤੁਹਾਡੇ ਘਰ ਨੂੰ ਅਤੇ ਤੁਹਾਡੇ ਚਾਉਣੇ ਨੂੰ ਵਚਨ ਕਹਿੰਦਾ ਮੈਂ ਆਸ਼ੀਸ਼ਿਤ ਕੀ ਕਰ ਦਵਾਂਗਾ। ਆਮੇਨ, ਹਾਲੇਲੂਇਆ। ਆइए ਅਸੀਂ ਪ੍ਰਭੂ ਦੇ ਵਚਨ ਦੇ ਵਿੱਚੋਂ ਦੇਖਾਂਗੇ। ਪ੍ਰਭੂ ਦੇ ਵਚਨ ਦੇ ਵਿੱਚੋਂ ਅੱਜ ਅਸੀਂ ਦੇਖਾਂਗੇ, ਅਸੀਂ ਜਿਵੇਂ ਕਿ ਪ੍ਰਭੂ ਪੋਜ ਦੀ ਮੀਟਿੰਗ ਦੇ ਵਿੱਚ ਦਾਖਲ ਹਾਂ। ਇਹ ਵਚਨ ਮੈਂ ਲੋਕਡਾਊਨ ਦੇ ਦੌਰਾਨ ਵੀ ਕੀਤਾ ਸੀ, ਪਰ ਉਸ ਦੌਰਾਨ ਅਸੀਂ ਅੱਧੇ ਜਾਣੇ ਇੱਥੇ ਸੀ ਤੇ ਅੱਧੇ ਜਾਣੇ ਅਸੀਂ ਟੋਟੇ ਦੇ ਵਿੱਚ ਆਰਾਧਨਾ ਨੂੰ ਕੀ ਕਰਦੇ ਸੀ। ਪਰ ਇਸ ਕਰਕੇ ਮੈਂ ਸੋਚਿਆ ਕਿ ਅੱਜ ਪ੍ਰਭੂ ਪੋਜ ਦੇ ਵਿੱਚ ਅਸੀਂ ਕੀ ਦਾਖਲ ਹੋਣਾ ਹੈ। ਬਹੁਤ ਸਾਰੇ ਲੋਕ ਨੇ ਪ੍ਰਭੂ ਪੋਜ ਵਿੱਚ ਦਾਖਲ ਹੋਣ ਤੋਂ ਪਹਿਲਾਂ ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਪ੍ਰਭੂ ਪੋਜ ਕਿਸ ਰੀਤੀ ਦੇ ਨਾਲ ਕੀ ਲੈਣਾ ਹੈ, ਚਾਹੇ ਉਹ ਕੋਈ ਵੀ ਹੈ, ਚਾਹੇ ਪੁਰਾਣਾ ਹੈ ਚਾਹੇ ਨਵਾਂ ਹੈ। ਮੈਂ ਇਹ ਨਹੀਂ ਕਿ ਇੱਕ ਜਾਣੇ ਨੂੰ ਨਹੀਂ ਕਹਿ ਰਿਹਾ, ਇਹ ਨਹੀਂ ਸੋਚਣਾ ਕਿ ਇਹ ਵਚਨ ਮੇਰੇ ਤੇ ਲਾ ਕੇ ਕੀ ਕਰ ਰਿਹਾ ਹੈ। ਪਹਿਲੀ ਗੱਲ ਇਹ ਕਦੀ ਨਹੀਂ ਸੋਚਣਾ ਕਿ ਇਹ ਵਚਨ ਮੇਰੇ ਤੇ ਲਾ ਕੇ ਕਰ ਰਿਹਾ ਹੈ। ਮੇਰੇ ਜੀਜੋ ਵਚਨ ਤੁਹਾਡੇ ਲਈ ਨਹੀਂ, ਵਚਨ ਸਭਨਾਂ ਦੇ ਲਈ ਹੈ। ਇਸ ਜਗ੍ਹਾ ਦੇ ਵਿੱਚ ਮੈਂ ਨਹੀਂ, ਮੇਰਾ ਪਰਿਵਾਰ ਵੀ ਕੀ ਬੈਠਾ ਹੋਇਆ ਹੈ। ਵਚਨ ਉਹਨਾਂ ਦੇ ਲਈ ਵੀ ਹੈ ਤੇ ਵਚਨ ਤੁਹਾਡੇ ਸਭਨਾਂ ਦੇ ਲਈ ਵੀ ਹੈ। ਇਸ ਲਈ ਅੱਜ ਅਸੀਂ ਪ੍ਰਭੂ ਦੇ ਵਚਨ ਦੇ ਵਿੱਚੋਂ ਦੇਖਾਂਗੇ ਕਿ ਅਸੀਂ ਪ੍ਰਭੂ ਪੋਜ ਵਿੱਚ ਕਿਸ ਰੀਤੀ ਦੇ ਨਾਲ ਦਾਖਲ ਕੀ ਹੋਣਾ ਹੈ, ਕਿਸ ਰੀਤੀ ਦੇ ਨਾਲ ਅਸੀਂ ਪ੍ਰਭੂ ਪੋਜ ਵਿੱਚ ਸ਼ਾਮਿਲ ਕੀ ਹੋਣਾ ਹੈ। ਪੜ੍ਹੀਏ ਮੇਰੇ ਨਾਲ ਪਹਿਲਾ ਕੁਰਿੰਥੀਓ उसका 11 अध्याय उसकी 17 आयत तो 34 आयत तक पढ़ी, जल्दी नाल पढ़ना। पहला कुरिन्थिया उसका 11 अध्याय, ध्यान दे नाल सुनना। परंतु मैं जो ये आज्ञा तुहानू दिंदा हां, मैं तुहाडी वडियाई नहीं करदा, जो तुहाडे इकट्ठे होण तो भलाई नहीं सगों बुराई हुंदी है। हां जी। ਇਸ ਲਈ ਜੋ ਪਹਿਲਾਂ ਤਾਂ ਮੈਂ ਇਹ ਸੁਣਦਾ ਹਾਂ ਭਈ ਜਿਸ ਵੇਲੇ ਤੁਸੀਂ ਕਲੀਸਿਆ ਵਿੱਚ ਇਕੱਠੇ ਹੁੰਦੇ ਹੋ ਤਾਂ ਤੁਹਾਡੇ ਵਿੱਚ ਫੁਟਕ ਪੈਂਦੇ ਹਨ, ਪਰ ਮੈਂ ਉਸ ਨੂੰ ਥੋੜਾ ਬਹੁਤ ਸੱਚ ਮੰਨਦਾ ਹਾਂ, ਕਿਉਂ ਜੋ ਅਵੱਛ ਹੈ ਜੋ ਤੁਹਾਡੇ ਵਿੱਚ ਕੁਪੱਤ ਵੀ ਹੋਣ, ਤਾਂ ਕਿ ਜਿਹੜੇ ਪ੍ਰਵਾਨ ਹਨ ਉਹ ਤੁਹਾਡੇ ਵਿੱਚ ਉਜਾਗਰ ਹੋ ਜਾਣ। ਸੋ ਜਿਸ ਵੇਲੇ ਤੁਸੀਂ ਇੱਕ ਥਾਂ ਇਕੱਠੇ ਹੁੰਦੇ ਹੋ ਤਾਂ ਇਹ ਅਸ਼ੈਬਾਨੀ ਖਾਣ ਲਈ नहीं हो सकता, क्यों जो खान वेले हरेक आपो अपने भोजन खा लेंदा है, पर कोई भुखा रहंदा अते कोई मतवाला हुंदा है। भला खान पीण लई तुहाडे अपने घर नहीं हन, अथवा तुसी परमेश्वर दी कलीसिया नूं तुच्छ समझदे अते जिन्हां दे कोल नहीं हन उन्हां नूं लज्जावान करदे हो। मैं तुहानू की आखां, भला इस विच तुहाडी वडियाई करां? मैं तुहाडी वडियाई नहीं करदा हां। मैं तां इह गल प्रभु तो पाई सी ਜਿਹੜੀ ਤੁਹਾਨੂੰ ਸੌਂਪ ਦਿੱਤੀ ਭਈ ਪ੍ਰਭੂ ਯਿਸੂ ਨੇ ਜਿਸ ਰਾਹ ਤੋਂ ਫੜਵਾਇਆ ਗਿਆ ਸੀ ਰੋਟੀ ਲਈ ਅਤੇ ਸ਼ੁਕਰ ਕਰਕੇ ਤੋੜੀ ਅਤੇ ਕਿਹਾ ਇਹ ਮੇਰਾ ਸਰੀਰ ਹੈ ਜੋ ਤੁਹਾਡੇ ਲਈ ਹੈ, ਮੇਰੀ ਯਾਦਗਿਰੀ ਲਈ ਇਹ ਕਰਿਆ ਕਰੋ। ਓਕੇ, ਹਾਂ ਬਸ ਟੈਂਡ। ਇਸ ਜਗ੍ਹਾ ਦੇ ਵਿੱਚ ਮੇਰੇ ਜੀਜੋ ਅੱਜ ਅਸੀਂ ਪ੍ਰਭੂ ਦੇ ਵਚਨ ਦੇ ਵਿੱਚੋਂ ਦੇਖਾਂਗੇ ਕਿ ਅਸੀਂ ਕਿਸ ਰੀਤੀ ਦੇ ਨਾਲ ਪ੍ਰਭੂ ਦੀ ਪਾਕ ਮੇਜ਼ ਦੇ ਨਿਕਟ ਕੀ ਹੋਣਾ ਹੈ। ਕੁਝ ਸਮੇਂ ਤੋਂ ਬਾਅਦ ਹੀ ਅਸੀਂ ਪ੍ਰਭੂ ਦੀ ਪਾਕ ਮੇਜ਼ ਦੇ ਨਿਕਟ ਕੀ ਜਾਵਾਂਗੇ, ਪ੍ਰਭੂ ਪੋਜ ਵਿੱਚ ਅਸੀਂ ਦਾਖਲ ਕੀ ਹੋਵਾਂਗੇ। ਉਸ ਤੋਂ ਪਹਿਲਾਂ ਅਸੀਂ ਅੱਜ ਦੇ ਵਚਨ ਦੇ ਵਿੱਚ ਦੇਖਾਂਗੇ ਕਿ ਅਸੀਂ ਕਿਸ ਰੀਤੀ ਦੇ ਨਾਲ ਪ੍ਰਭੂ ਪੋਜ ਦੇ ਵਿੱਚ ਦਾਖਲ ਕੀ ਹੋ ਸਕਦੇ ਹਾਂ। ਪਹਿਲਾ ਕੁਰਿੰਥੀਓ ਪਰਮੇਸ਼ਵਰ ਦੇ ਦਾਸ ਪੌਲੁਸ ਦੇ ਦੁਆਰਾ ਕੀ ਲਿਖਿਆ ਗਿਆ ਅਤੇ ਉਹ ਇਸ ਜਗ੍ਹਾ ਦੇ ਵਿੱਚ ਇਸ ਪ੍ਰਕਾਰ ਦੇ ਨਾਲ ਕੁਰਿੰਥੀਆ ਦੀ ਕਲੀਸਿਆ ਨੂੰ ਕੀ ਲਿਖ ਰਿਹਾ ਹੈ। ਕੁਰਿੰਥੀਆ ਦੀ ਕਲੀਸਿਆ ਨੂੰ ਇਸ ਜਗ੍ਹਾ ਦੇ ਵਿੱਚ ਪ੍ਰਭੂ ਦਾ ਦਾਸ ਡਾਂਟ ਰਿਹਾ ਹੈ, ਡਾਂਟ ਕੇ ਉਹਨਾਂ ਨੂੰ ਕੀ ਲਿਖ ਰਿਹਾ ਹੈ, ਕਿਉਂਕਿ ਉਸ ਕਲੀਸਿਆ ਦੇ ਵਿੱਚ
ਬਹੁਤ ਸਾਰੇ ਐਸੇ ਲੋਕ ਸਨ ਉਸ ਕਲੀਸਿਆ ਦੇ ਵਿੱਚ ਜੋ ਕਿ ਗਲਤ ਕੰਮਾਂ ਨੂੰ ਵੀ ਕਰ ਰਹੇ ਸੀ ਅਤੇ ਪ੍ਰਭੂ ਦੇ ਘਰ ਦੇ ਵਿੱਚ ਵੀ ਕੀ ਆਂਦੇ ਸੀ, ਪ੍ਰਭੂ ਦੇ ਘਰ ਦੇ ਵਿੱਚ ਆਣ ਕੇ ਪ੍ਰਭੂ ਦੀ ਮੇਜ਼ ਦੇ ਵਿੱਚ ਵੀ ਸ਼ਾਮਿਲ ਹੁੰਦੇ ਸੀ, ਪਰ ਬਾਹਰ ਜਾ ਕੇ ਉਹ ਗਲਤ ਕੰਮਾਂ ਨੂੰ ਵੀ ਕੀ ਕਰਦੇ ਸੀ। ਇਸ ਲਈ ਪ੍ਰਭੂ ਦਾ ਦਾਸ ਉਹਨਾਂ ਸਭਨਾਂ ਨੂੰ, ਉਸ ਕਲੀਸਿਆ ਨੂੰ, ਕੁਰਿੰਥੀਆ ਦੀ ਕਲੀਸਿਆ ਨੂੰ ਇਸ ਪ੍ਰਕਾਰ ਦੇ ਨਾਲ ਕੀ ਲਿਖ ਰਿਹਾ ਹੈ। ਉਹ ਕਹਿ ਰਿਹਾ ਹੈ ਕਿ ਪਰਮੇਸ਼ਵਰ ਦਾ ਘਰ ਇਸ ਜਗ੍ਹਾ ਦੇ ਵਿੱਚ ਅਸੀਂ ਜਦ ਪ੍ਰਭੂ ਦੀ ਪਾਕ ਮੇਜ਼ ਦੇ ਵਿੱਚ ਨਿਕਟ ਹੁੰਨੇ ਆ, ਇਹ ਖਾਣ ਪੀਣ ਦੇ ਲਈ ਇਸ ਜਗ੍ਹਾ ਦੇ ਵਿੱਚ ਅਸੀਂ ਨਿਕਟ ਨਹੀਂ ਆਉਂਦੇ। ਪ੍ਰਭੂ ਦੇ ਘਰ ਦੇ ਵਿੱਚ ਅਸੀਂ ਖਾਣ ਪੀਣ ਦੇ ਲਈ ਨਹੀਂ ਆਉਂਦੇ। ਕਹਿੰਦਾ ਹੈ ਖਾਣ ਪੀਣ ਦੇ ਲਈ ਕੀ ਤੁਹਾਡੇ ਆਪਣੇ ਘਰ ਨਹੀਂ ਹਨ, ਖਾਣ ਪੀਣ ਦੇ ਲਈ ਕੀ ਤੁਹਾਡਾ ਆਪਣਾ ਰਹਿਣ ਬਸੇਰਾ ਨਹੀਂ ਹੈ। ਮੇਰੇ ਕੁਰਿੰਥੀਆ ਦੀ ਕਲੀਸਿਆ ਨੂੰ ਉਹ ਡਾਂਟ ਕੇ ਕੀ ਲਿਖ ਰਿਹਾ ਹੈ, ਕਿਉਂਕਿ ਕੁਰਿੰਥੀਆ ਦੀ ਕਲੀਸਿਆ ਦੇ ਵਿੱਚ ਐਸੇ ਬਹੁਤ ਸਾਰੇ ਲੋਕ ਸਨ ਜੋ ਗਲਤ ਕੰਮਾਂ ਨੂੰ ਕੀ ਕਰ ਰਹੇ ਸਨ, ਜੋ ਐਸੇ ਭ੍ਰਿਸ਼ਟ ਕੰਮਾਂ ਨੂੰ ਕੀ ਕਰ ਰਹੇ ਸਨ, ਜਿਸ ਦੇ ਕਾਰਨ ਪੂਰਾ ਕਲੀਸਿਆ, ਆਦਿ ਕਲੀਸਿਆ ਕੀ ਬਦਨਾਮ ਕੀ ਹੋ ਰਿਹਾ ਸੀ, ਜਿਸ ਦੇ ਕਾਰਨ ਪਰਮੇਸ਼ਵਰ ਦੇ ਲੋਕ ਜਿਹੜੇ ਸਹੀ ਰੀਤੀ ਦੇ ਨਾਲ ਚੱਲਦੇ ਸੀ ਉਹ ਵੀ ਕੀ ਬਦਨਾਮ ਕੀ ਹੋ ਰਹੇ ਸੀ। ਇਸ ਕਰਕੇ ਪਰਮੇਸ਼ਵਰ ਦਾ ਦਾਸ ਉਹਨਾਂ ਨੂੰ ਇਸ ਪ੍ਰਕਾਰ ਦੇ ਨਾਲ ਲਿਖਦਾ ਹੈ। ਆइए ਅਸੀਂ ਪੜਾਂਗੇ ਉਸ ਜਗ੍ਹਾ ਦੇ ਵਿੱਚ ਉਹ ਲੋਕ ਕੀ ਕਰ ਰਹੇ ਸਨ। ਮੇਰੇ ਨਾਲ ਕਰੀਏ ਪਹਿਲਾ ਕੁਰਿੰਥੀਓ ਉਸ ਦਾ 1 ਅਧਿਆਇ, ਉਸ ਦੀ 10 ਆਇਤ ਤੋਂ ਲੈ ਕੇ 17 ਆਇਤ ਤੱਕ ਪੜ੍ਹੀਏ। ਪਹਿਲਾ ਕੁਰਿੰਥੀਓ ਉਸ ਦਾ 1 ਅਧਿਆਇ, ਧਿਆਨ ਦੇ ਨਾਲ ਸੁਣਨਾ ਉਸ ਕਲੀਸਿਆ ਦੇ ਵਿੱਚ ਕੀ ਹੋ ਰਿਹਾ ਸੀ। ਹਾਂ, ਸਾਡੇ ਪ੍ਰਭੂ ਵਿੱਚ ਯਿਸੂ ਮਸੀਹ ਦੇ ਨਾਮ ਦਾ ਵਾਸਤਾ ਦੇ ਕੇ ਮੈਂ ਤੁਹਾਡੇ ਅੱਗੇ ਬੇਨਤੀ ਕਰਦਾ ਹਾਂ, ਜੇ ਤੁਸੀਂ ਸਭ ਇੱਕੋ ਗੱਲ ਬੋਲੋ ਅਤੇ ਤੁਹਾਡੇ ਵਿੱਚ ਫੁਟਕ ਨਾ ਪੈਣ, ਸਗੋਂ ਇੱਕ ਮਨ ਹੋਵੋ, ਇੱਕੋ ਵਿਚਾਰ ਵਿੱਚ ਪੂਰੇ ਹੋ ਜਾਵੋ, ਕਿਉਂ ਜੋ ਹੈ ਭਰਾਵੋ ਕਲੋਈਏ ਤੇ ਘਰ ਦਿਆਂ ਕੋਲੋਂ ਤੁਹਾਡੇ ਵਿਖੇ ਮੈਨੂੰ ਪਤਾ ਲੱਗਾ ਹੈ ਜੋ ਤੁਹਾਡੇ ਵਿੱਚ ਬਖੇੜੇ ਹੁੰਦੇ ਹਨ। ਮੇਰਾ ਕਹਿਣਾ ਇਹ ਹੈ, ਜੋ ਤੁਹਾਡੇ ਵਿੱਚੋਂ ਹਰੇਕ ਆਖਦਾ ਹੈ ਭਈ ਮੈਂ ਪੌਲਸ ਦਾ, ਜਾਂ ਮੈਂ ਅਪੋਲੋਸ ਦਾ, ਜਾਂ ਮੈਂ ਕਫਾਸ ਦਾ, ਜਾਂ ਮੈਂ ਮਸੀਹ ਦਾ ਹਾਂ। ਭਲਾ ਮਸੀਹ ਵੰਡਿਆ ਹੋਇਆ ਹੈ? ਕੀ ਪੌਲਸ ਤੁਹਾਡੇ ਲਈ ਸਲੀਬ ਦਿੱਤਾ ਗਿਆ, ਜਾਂ ਤੁਹਾਨੂੰ ਪੌਲਸ ਦੇ ਨਾਮ ਉੱਤੇ ਬਪਤਿਸਮਾ ਦਿੱਤਾ ਗਿਆ ਸੀ? ਇਹ ਸਭ ਕੁਝ ਕੀ ਕੁਰਿੰਥੀਆ ਦੀ ਕਲੀਸਿਆ ਦੇ ਵਿੱਚ ਕੀ ਹੋ ਰਿਹਾ ਸੀ। ਇਸ ਲਈ ਪਰਮੇਸ਼ਰ ਦਾ ਦਾਸ ਉਸ ਕਲੀਸਿਆ ਨੂੰ ਕਹਿੰਦਾ ਮੈਂ ਤੁਹਾਡੇ ਅੱਗੇ ਬੇਨਤੀ ਕਰਦਾ ਵਾਂ, ਮੈਂ ਤੁਹਾਡੇ ਅੱਗੇ ਬੇਨਤੀ ਕਰਦਾ ਵਾਂ ਕਿ ਤੁਹਾਡੇ ਸਭਨਾਂ ਦੀ ਇੱਕ ਹੀ ਗੱਲ ਕੀ ਹੋਵੇ। ਅਸੀਂ ਇਸ ਜਗ੍ਹਾ ਦੇ ਵਿੱਚ ਅੱਜ ਕਿੰਨੇ ਲੋਕ ਬੈਠੇ ਆ, ਸਾਡੇ ਸਭਨਾਂ ਦੇ ਅਲੱਗ-ਅਲੱਗ ਵਿਚਾਰ ਵਟਾਂਦਰੇ ਕੀ ਹੋਣਗੇ, ਸਾਡੇ ਸਭਨਾਂ ਦੇ ਅਲੱਗ-ਅਲੱਗ ਵਿਚਾਰਧਾਰਾਵਾਂ ਕੀ ਹੋਣਗੀਆਂ। ਕੋਈ ਉਹ ਸੋਚਦਾ ਹੋਵੇਗਾ ਤੇ ਕੋਈ ਅਲੱਗ-ਅਲੱਗ ਪ੍ਰਕਾਰ ਦੇ ਐਸੀਆਂ ਚੀਜ਼ਾਂ ਨੂੰ ਕੀ ਸੋਚਦਾ ਹੋਵੇਗਾ। ਪਰ ਪਰਮੇਸ਼ਰ ਦਾ ਦਾਸ ਇਸ ਜਗ੍ਹਾ ਦੇ ਵਿੱਚ ਕੁਰਿੰਥੀਆ ਦੀ ਕਲੀਸਿਆ ਨੂੰ ਕਹਿ ਰਿਹਾ ਹੈ, ਅਤੇ ਅੱਜ ਪ੍ਰਭੂ ਦਾ ਵਚਨ ਸਾਡੀ ਕਲੀਸਿਆ ਨੂੰ ਵੀ ਕੀ ਕਹਿ ਰਿਹਾ ਹੈ। ਉਸ ਸਮੇਂ ਪਰਮੇਸ਼ਰ ਦਾ ਦਾਸ ਕੁਰਿੰਥੀਆ ਦੀ ਕਲੀਸਿਆ ਨੂੰ ਕਹਿ ਰਿਹਾ ਸੀ, ਅਤੇ ਅੱਜ ਇਹ ਵਚਨ ਸਾਨੂੰ ਵੀ ਕੀ ਕਹਿ ਰਿਹਾ ਹੈ। ਅੱਜ ਇਹ ਵਚਨ ਸਾਡੀ ਕਲੀਸਿਆ ਨੂੰ ਕਹਿ ਰਿਹਾ ਹੈ। ਕਹਿੰਦਾ ਹੈ ਕਿ ਤੁਹਾਡੇ ਸਾਰਿਆਂ ਦੀ ਇੱਕੋ ਹੀ ਗੱਲ ਕੀ ਹੋਵੇ। ਅੱਜ ਅਸੀਂ ਇਸ ਜਗ੍ਹਾ ਦੇ ਵਿੱਚ ਅਲੱਗ-ਅਲੱਗ ਮਾਈਂਡ ਸੈਟਅਪ ਦੇ ਲੋਕ ਬੈਠੇ ਆ। ਅਸੀਂ ਇਸ ਜਗ੍ਹਾ ਦੇ ਵਿੱਚ ਪ੍ਰਭੂ ਦੇ ਘਰ ਦੇ ਵਿੱਚ ਆਏ ਆ। ਅੱਜ ਸਾਡੀ ਇੱਕ ਗੱਲ ਕਿਸ ਪ੍ਰਕਾਰ ਦੇ ਨਾਲ ਹੋ ਸਕਦੀ ਹੈ, ਕਿਸ ਰੀਤੀ ਦੇ ਨਾਲ ਅਸੀਂ ਸਾਰੇ ਇੱਕੋ ਜਿਹੇ ਇਸ ਜਗ੍ਹਾ ਦੇ ਵਿੱਚ ਆ ਕੇ ਕੀ ਹੋ ਸਕਦੇ ਆ। ਪਹਿਲੀ ਗੱਲ, ਇਸ ਜਗ੍ਹਾ ਦੇ ਵਿੱਚ ਪ੍ਰਭੂ ਦੇ ਘਰ ਦੇ ਵਿੱਚ ਆ ਕੇ ਕੋਈ ਅਮੀਰ ਕੋਈ ਗਰੀਬ ਦੇਖਿਆ ਨਹੀਂ ਜਾਂਦਾ, ਕੋਈ ਉੱਚਾ ਕੋਈ ਨੀਵਾਂ ਦੇਖਿਆ ਨਹੀਂ ਜਾਂਦਾ, ਕੋਈ ਕਾਲਾ ਕੋਈ ਗੋਰਾ ਦੇਖਿਆ ਨਹੀਂ ਜਾਂਦਾ। ਪ੍ਰਭੂ ਦੇ ਘਰ ਦੇ ਵਿੱਚ ਅਸੀਂ ਸਾਰੇ ਕੀ ਉਸ ਦੇ ਬੱਚੇ ਆ। ਪ੍ਰਭੂ ਦੇ ਘਰ ਦੇ ਵਿੱਚ ਅਸੀਂ ਸਾਰੇ ਉਸ ਦੀ ਨਿਗਾਹ ਦੇ ਸਾਹਮਣੇ ਕੀ ਇੱਕੋ ਜਿਹੇ ਆ। ਕਿਉਂਕਿ ਕੁਰਿੰਥੀਆ ਦੀ ਕਲੀਸਿਆ ਦੇ ਵਿੱਚ ਇਹ ਸਭ ਕੁਝ ਹੋ ਰਿਹਾ ਸੀ। ਕੁਰਿੰਥੀਆ ਦੀ ਕਲੀਸਿਆ ਦੇ ਵਿੱਚ ਜਦ ਪ੍ਰਭੂ ਪੋਜ ਦੇ ਲੋਕ ਨਿਕਟ ਆਉਂਦੇ ਸੀ, ਜਿਹੜੇ ਉੱਚੀ ਜਾਤੀ ਦੇ ਲੋਕ ਹੁੰਦੇ ਸੀ ਜਾਂ ਜਿਹੜੇ ਅਮੀਰ ਲੋਕ ਹੁੰਦੇ ਸੀ, ਉਹਨਾਂ ਨੂੰ ਪ੍ਰਭੂ ਪੋਜ ਪਹਿਲਾਂ ਕੀ ਦਿੱਤਾ ਜਾਂਦਾ ਸੀ। ਉਹਨਾਂ ਨੂੰ ਪ੍ਰਭੂ ਪੋਜ ਪਹਿਲਾਂ ਦਿੱਤਾ ਜਾਂਦਾ ਸੀ। ਕਿਉਂ ਦਿੱਤਾ ਜਾਂਦਾ ਸੀ? ਕਹਿੰਦੇ ਸਨ ਕਿਉਂਕਿ ਉਹ ਉੱਚੇ ਲੋਕ ਨੇ, ਉਹਨਾਂ ਨਾਲ ਗਰੀਬਾਂ ਦਾ ਕੋਈ ਮੁਕਾਬਲਾ ਨਹੀਂ ਹੈ, ਉਹਨਾਂ ਨਾਲ ਅੰਨੇ ਜਾਤੀ ਲੋਕਾਂ ਦਾ ਕੋਈ ਮੁਕਾਬਲਾ ਨਹੀਂ ਹੈ। ਉਹ ਕੀ ਉੱਚੇ ਜਾਤੀ ਦੇ ਕੀ ਲੋਕ ਨੇ। ਇਹ ਸਭ ਕੁਝ ਕੁਰਿੰਥੀਆ ਦੀ ਕਲੀਸਿਆ ਦੇ ਵਿੱਚ ਵੀ ਕੀ ਹੋ ਰਿਹਾ ਸੀ। ਕੁਰਿੰਥੀਆ ਦੀ ਕਲੀਸਿਆ ਇਹ ਸਭ ਕੁਝ ਕਰ ਰਹੀ ਸੀ। ਪਰਮੇਸ਼ਵਰ ਦੇ ਨਾਮ ਨੂੰ ਵੀ ਕਿਉਂ ਨਾ ਉੱਚਾ ਨੀਵਾਂ ਕਰਕੇ ਉਸ ਦੇ ਨਾਮ ਨੂੰ ਵੀ ਕੀ ਵੰਡਿਆ ਹੋਇਆ ਸੀ। ਇਸ ਲਈ ਮੇਰੇ ਜੀਜੋ, ਪਰਮੇਸ਼ਰ ਦਾ ਦਾਸ ਅੱਗੇ ਕਹਿੰਦਾ ਤੁਹਾਡੇ ਵਿੱਚ ਫੁੱਟ ਨਾ ਹੋਵੇ,
ਅੱਜ ਮੇਰੇ ਜੀਜੋ ਸਾਡੀ ਕਲੀਸਿਆ ਦੇ ਵਿੱਚ ਵੀ ਵੈਰ ਵਿਰੋਧ ਫੁੱਟ नहीं होनी चाहिए। अगर ਅਸੀਂ ਇਸ ਕਲੀਸਿया ਦੇ ਸਦस्य ਹਾਂ, ਅਗਰ ਅਸੀਂ ਇਸ ਕਲੀਸਿया ਵਿੱਚ ਆ ਕੇ ਪਰਮੇਸ਼ਰ ਦੀ ਮਹਿਮਾ ਕਰ ਰਹੇ ਹਾਂ, ਅੱਜ ਸਾਡੀ ਸਾਰੀ ਕਲੀਸਿया ਦੇ ਵਿੱਚ ਵੀ ਭੈਣ ਭਰਾਵਾਂ ਵਾਲਾ ਪਿਆਰ ਕੀ ਹੋਣਾ ਚਾਹੀਦਾ ਹੈ। ਇੱਕ ਹੋ ਕੇ ਜਦ ਅਸੀਂ ਚੱਲਾਂਗੇ, ਜਦ ਏਕਤਾ ਦੇ ਵਿੱਚ ਕੀ ਬਲ ਹੁੰਦਾ ਹੈ। ਕੱਲਾ ਕੋਈ ਵੱਡਾ ਨਹੀਂ ਹੁੰਦਾ। ਜਦ ਇੱਕ ਤੇ ਇੱਕ 11 ਹੋ ਜਾਂਦੇ ਨੇ, ਫਿਰ ਉਹਨਾਂ ਦੇ ਵਿੱਚ ਏਕਤਾ ਆ ਜਾਂਦੀ ਹੈ, ਉਹ ਬਲਵਾਨ ਕੀ ਹੋ ਜਾਂਦੇ ਨੇ। ਇਸ ਲਈ ਮੇਰੇ ਜੀਜੋ ਅੱਜ ਪਰਮੇਸ਼ਰ ਦਾ ਵਚਨ ਸਾਡੀ ਕਲੀਸਿਆ ਨੂੰ ਵੀ ਕਹਿ ਰਿਹਾ ਹੈ ਕਿ ਮੈਂ ਪ੍ਰਭੂ ਦੇ ਸਾਹਮਣੇ ਆ ਕੇ ਤੁਹਾਡੇ ਅੱਗੇ ਬੇਨਤੀ ਕਰਦਾ ਕਿ ਸਾਡੀ ਸਾਰੀ ਕਲੀਸਿਆ ਦੀ ਇੱਕੋ ਗੱਲ ਕੀ ਹੋਵੇ। ਅੱਜ ਅਸੀਂ ਪ੍ਰਭੂ ਪੋਜ ਦੇ ਵਿੱਚ ਦਾਖਲ ਹੋਣਾ, ਉਸ ਤੋਂ ਪਹਿਲਾਂ ਅਸੀਂ ਆਪਣੇ ਦਿਲਾਂ ਨੂੰ ਜਾਂਚੀਏ, ਆਪਣੇ ਮਨਾਂ ਦੀ ਪਹਿਚਾਨ ਕਰੀਏ ਅਤੇ ਪ੍ਰਭੂ ਨੂੰ ਕਹੀਏ, ਪ੍ਰਭੂ ਅਗਰ ਪ੍ਰਭੂ ਸਾਡੀ ਕਲੀਸਿਆ ਦੇ ਵਿੱਚ ਕੋਈ ਵੀ ਪ੍ਰਭੂ ਮੈਂ ਕਿਸੇ ਦੇ ਪ੍ਰਤੀ ਜਾਂ ਵੈਰ ਜਾਂ ਵਿਰੋਧ ਜਾਂ ਫੁੱਟ ਨੂੰ ਰੱਖਦਾ, ਪ੍ਰਭੂ ਉਹਨਾਂ ਸਾਰੇ ਵੈਰ ਵਿਰੋਧ ਫੁੱਟਾਂ ਨੂੰ ਕੱਢ ਕੇ ਪ੍ਰਭੂ ਤੇਰੀ ਮੇਜ਼ ਵਿੱਚ ਸ਼ਾਮਿਲ ਹੋਣ ਤੋਂ ਪਹਿਲਾਂ ਪ੍ਰਭੂ ਮੈਨੂੰ ਪਾਕ ਕਰ ਦੇ, ਮੈਨੂੰ ਸ਼ੁੱਧ ਕਰ ਦੇ, ਤਾਂ ਜੋ ਪ੍ਰਭੂ ਅਸੀਂ ਏਕਤਾ ਦੇ ਵਿੱਚ ਪਿਆਰ ਵਿੱਚ ਹੋ ਕੇ ਪ੍ਰਭੂ ਇਸ ਕਲੀਸਿਆ ਦੇ ਨਾਲ ਮਿਲ ਕੇ ਤੇਰੇ ਨਾਮ ਨੂੰ ਅੱਗੇ ਲੈ ਜਾਂਦੇ ਹੋਈਏ। ਆਮੀਨ, ਹਾਲੇਲੂਇਆ, ਹਾਲੇਲੂਇਆ। ਕਿੰਨੇ ਲੋਕ ਤਿਆਰ ਨੇ, ਕਿੰਨੇ ਲੋਕ ਤਿਆਰ ਨੇ ਪ੍ਰਭੂ ਮੈਨਾਂ ਚੀਜ਼ਾਂ ਨੂੰ ਕਰਦੀ ਹੋਈ ਜਾਂ ਕਰਦਾ ਹੋਇਆ ਪ੍ਰਭੂ ਤੇਰੇ ਰਾਜ ਦੀ ਬੜੋਤਰੀ ਦੇ ਲਈ ਪ੍ਰਭੂ ਤੇਰੇ ਕੰਮ ਨੂੰ ਅੱਗੇ ਕੀ ਵਧਾਉਂਦੇ ਜਾਵਾਂਗੇ। ਮੇਰੇ ਜੀਜੋ ਜਦ ਅਸੀਂ ਏਕਤਾ ਦੇ ਨਾਲ ਪਰਮੇਸ਼ਰ ਦੀ ਮਹਿਮਾ ਕਰਾਂਗੇ, ਏਕਤਾ ਦੇ ਨਾਲ ਪਰਮੇਸ਼ਰ ਦੀ ਹਜ਼ੂਰੀ ਵਿੱਚ ਆ ਕੇ ਮੋਢੇ ਨਾਲ ਮੋਢਾ ਜੋੜ ਕੇ ਇੱਕ ਦੂਜੇ ਜਾਣੇ ਦੇ ਨਾਲ ਅਸੀਂ ਜਦ ਪਰਮੇਸ਼ਰ ਦੇ ਕੰਮ ਨੂੰ ਕਰਾਂਗੇ, ਉਸ ਜਗ੍ਹਾ ਦੇ ਵਿੱਚ ਫਿਰ ਪਰਮੇਸ਼ਰ ਵੀ ਸਾਨੂੰ ਆਸ਼ੀਸ਼ਿਤ ਕੀ ਕਰੇਗਾ। फिर परमेश्वर भी सानू और हिम्मत देगा, फिर परमेश्वर भी सानू और बल की देगा, क्योंकि वो वचन विच इस प्रकार दे नाल पौलुस लिख रहा है, कहंदा मैं इस प्रकार दे नाल सुनिया है कि तुहाडी कलीसिया दे विच की झगड़े चल रहे ने। कहंदा तुसी परमेश्वर नू भी की वंड दिता है। मेरे जीजो असी परमेश्वर नू अज वंडना नहीं है, क्योंकि वो खुदा एक है। हर एक कलीसिया दे विच एक ही की वचन है। सुनाउण दा तरीका अलग-अलग हो सकता है, पर हर जगह दे विच एक ही की प्रभु है। हर कलीसिया दे विच एक ही उस खुदा दी परस्तिश की हो रही है। इसलिए परमेश्वर दा दास उन्होंने किस प्रकार दे नाल लिखदा, कहंदा की मसीह वंडिया गया है, की पौलुस तुहाडे लई क्रूस ते चढ़ाया गया है। मेरे जीजो पौलुस क्रूस दे उत्ते चढ़ाया नहीं गया, बल्कि साडे पापां दी खातर साडा मसीह साडे लिए क्रूस ते की चढ़ाया गया है। असी उसकी महिमा की करना है, असी प्रभु दी महिमा की करना है। असी किसी इंसान दी महिमा अज नहीं कर रहे ते ना ही करना है। किसी इंसान नू पूजना नहीं है। मेरे नाल कटिए जबूर 115, जबूर 115 उसकी 2 आयत नू पढ़िए। ਉਹਨਾਂ ਦਾ ਪਰਮੇਸ਼ਰ ਕਿੱਥੇ ਹੈ? ਸਾਡਾ ਪਰਮੇਸ਼ਰ ਸਵਰਗ ਵਿੱਚ ਹੈ। ਉਹਨੇ ਜੋ ਚਾਹਿਆ ਸੋ ਕੀਤਾ। ਸਾਡਾ ਪਰਮੇਸ਼ਰ ਕਿੱਥੇ ਹੈ? ਸਾਡਾ ਪਰਮੇਸ਼ਰ ਕੀ स्वर्ग विच है। उसने जो चाहा सो की कीता। मेरे जीजो अगर वो परमेश्वर है, अगर वो स्वर्ग विच विराजमान है, ताही वचन सानू कह रहा है उसने जो चाहा सो की कीता। अगे असीं वचन जिस प्रकार दे नाल पढ़दे हां, उन्हां दे पुੱਤ सोना चांदी ही नहीं हन ते ना ही वो इंसान दे हत्थां दी की बनावट हन। मेरे जीजो अज असीं किसी इंसान दी ਜਾਂ ਕਿਸੇ और दी ਪ੍ਰਸਤਿਸ਼ ਨੂੰ नहीं करना, किसी और दी पूजा ਨੂੰ नहीं करना, ਉਹ ਸਾਡੇ खुदा दी पूजा ਨੂੰ करना है ਜਿਹੜਾ स्वर्ग ਵਿੱਚ ਕੀ विराजमान है। आमीन, हालेलुया, हालेलुया। उस प्रभु दी पूजा ਨੂੰ ਕੀ ਅਸੀਂ करना है, उस प्रभु दी आराधना ਨੂੰ ਕੀ करना है। मसीह ਨੂੰ ਵੰਡਣਾ नहीं है। ਉਹ ਮਸੀਹ ਤੁਹਾਡੇ ਅਤੇ ਮੇਰੇ ਲਈ ਕ੍ਰੂਸ ਉੱਤੇ ਚੜ ਕੇ ਉਸਨੇ ਆਪਣੀ ਜਾਨ ਤੁਹਾਡੇ ਅਤੇ ਮੇਰੇ ਲਈ ਦੇ ਦਿੱਤੀ ਅਤੇ ਤੀਸਰੇ ਦਿਨ ਮੁਰਦਿਆਂ ਵਿੱਚੋਂ ਜੀ ਉੱਠ ਕੇ ਉਸਨੇ ਸ਼ੈਤਾਨ ਅਤੇ ਮੌਤ ਨੂੰ ਜਿੱਤ ਲਿਆ ਅਤੇ ਹੁਣ ਆਪਣੇ ਪਿਤਾ ਦੇ ਕੋਲ ਸਵਰਗ ਵਿੱਚ ਕੀ ਵਿਰਾਜਮਾਨ ਹੈ। ਅਸੀਂ ਉਸ ਦੀ ਮਹਿਮਾ ਨੂੰ ਕੀ ਕਰਨਾ ਹੈ, ਅਸੀਂ ਉਸ ਦੀ ਬੜਾਈ ਨੂੰ ਕਰਨਾ ਹੈ, ਉਸ ਦੀ ਹਮਦੋ ਸਨਾ ਨੂੰ ਕੀ ਕਰਨਾ ਹੈ। ਮੇਰੇ ਜੀਜੋ ਅੱਜ ਸਾਡੀ ਕਲੀਸਿਆ ਵਿੱਚ ਵੀ ਸਾਡੀ ਏਕਤਾ ਹੋਣੀ ਕੀ बहुत जरूरी है। आज असीं प्रभु भोज विच शामिल होने तो पहला प्रभु नूं कहिए, प्रभु सानू सारिआं नूं एक मन की कर दे, प्रभु सानू सारिआं नूं एक हृदय की
ਕਰਦੇ। ਜਦ ਅਸੀਂ ਇੱਕ ਮਨ ਹੋ ਕੇ, ਇੱਕ ਹਿਰਦੇ ਹੋ ਕੇ ਪਰਮੇਸ਼ਰ ਦੀ ਮਹਿਮਾ ਨੂੰ ਕਰਾਂਗੇ, ਫਿਰ ਪਰਮੇਸ਼ਰ ਸਾਨੂੰ ਬਰਕਤ ਕੀ ਦੇਵੇਗਾ। ਫਿਰ ਪਰਮੇਸ਼ਰ ਸਾਡੀ ਕਲੀਸਿਆ ਵਿੱਚ ਸਾਨੂੰ ਆਸ਼ੀਸ਼ਿਤ ਕੀ ਕਰੇਗਾ। ਫਿਰ ਪਰਮੇਸ਼ਰ ਸਾਡੇ ਉੱਤੇ ਰਹਿਮ ਕਰੇਗਾ। ਫਿਰ ਪਰਮੇਸ਼ਰ ਹਰ ਇੱਕ ਪੱਖੋਂ ਸਾਨੂੰ ਕੀ ਆਸ਼ੀਸ਼ਿਤ ਕਰੇਗਾ। ਆਈ ਅਸੀਂ ਪਹਿਲੇ ਕਾਰਨ ਨੂੰ ਪੜਾਂਗੇ, ਕਿਸ ਰੀਤੀ ਦੇ ਨਾਲ ਅਸੀਂ ਪਰਮੇਸ਼ਰ ਦੇ ਘਰ ਦੇ ਵਿੱਚ ਅੱਜ ਆਏ ਹਾਂ ਅਤੇ ਕਿਸ ਰੀਤੀ ਦੇ ਨਾਲ ਅਸੀਂ ਪ੍ਰਭੂ ਭੋਜ ਵਿੱਚ ਸ਼ਾਮਿਲ ਹੋਣਾ ਹੈ। ਪੜ੍ਹੀਏ 17 ਤੋਂ ਲੈ ਕੇ 22 ਤੱਕ। ਪਹਿਲਾ ਕੁਰਿੰਥੀਆਂ 11 ਅਧਿਆਇ। ਪਹਿਲਾ 17 ਤੋਂ 22। ਪਰੰਤु ਜੋ ਮੈਂ ਇਹ ਆਗਿਆ ਤੁਹਾਨੂੰ ਦਿੰਦਾ ਹਾਂ, ਮੈਂ ਤੁਹਾਡੀ ਵਡਿਆਈ ਨਹੀਂ ਕਰਦਾ। ਜੋ ਤੁਹਾਡੇ ਇਕੱਠੇ ਹੋਣ ਤੋਂ ਭਲਾਈ ਨਹੀਂ ਸਗੋਂ ਬੁਰਾਈ ਹੁੰਦੀ ਹੈ। ਇਸ ਲਈ ਜੋ ਪਹਿਲਾਂ ਤਾਂ ਮੈਂ ਇਹ ਸੁਣਦਾ ਹਾਂ ਭਈ ਜਿਸ ਵੇਲੇ ਤੁਸੀਂ ਕਲੀਸਿਆ ਵਿੱਚ ਇਕੱਠੇ ਹੁੰਦੇ ਹੋ ਤਾਂ ਤੁਹਾਡੇ ਵਿੱਚ ਫੁਟਕ ਪੈਂਦੇ ਹਨ, ਅਤੇ ਮੈਂ ਉਸ ਨੂੰ ਥੋੜਾ ਬਹੁਤ ਸੱਚ ਮੰਨਦਾ ਹਾਂ। ਕਿਉਂ ਜੋ ਅਵਸ਼ ਹੈ ਜੋ ਤੁਹਾਡੇ ਵਿੱਚ ਕੁਪੱਤ ਵੀ ਹੋਣ, ਤਾਂ ਕਿ ਜਿਹੜੇ ਪ੍ਰਵਾਨ ਹਨ ਉਹ ਤੁਹਾਡੇ ਵਿੱਚ ਉਜਾਗਰ ਹੋ ਜਾਣ। ਸੋ ਜਿਸ ਵੇਲੇ ਤੁਸੀਂ ਇੱਕ ਥਾਂ ਇਕੱਠੇ ਹੁੰਦੇ ਹੋ ਤਾਂ ਇਹ ਅਸ਼ਾਇਬਾਨੀ ਖਾਣ ਲਈ ਨਹੀਂ ਹੋ ਸਕਦਾ, ਕਿਉਂ ਜੋ ਖਾਣ ਵੇਲੇ ਹਰੇਕ ਆਪੋ ਆਪਣਾ ਭੋਜਨ ਖਾ ਲੈਂਦਾ ਹੈ, ਔਰ ਕੋਈ ਭੁੱਖਾ ਰਹਿੰਦਾ ਅਤੇ ਕੋਈ ਮਤਵਾਲਾ ਹੁੰਦਾ ਹੈ। ਪਹਿਲੀ ਗੱਲ, ਅਸੀਂ ਪ੍ਰਭੂ ਭੋਜ ਵਿੱਚ ਕਿਸ ਪ੍ਰਕਾਰ ਦੇ ਨਾਲ ਦਾਖਲ ਕੀ ਹੋਣਾ ਹੈ। ਮੇਰੇ ਜੀਜੋ, ਪਹਿਲੀ ਗੱਲ, ਅਸੀਂ ਪ੍ਰਭੂ ਭੋਜ ਦੇ ਵਿੱਚ ਪਿਆਰ ਦੇ ਨਾਲ ਦਾਖਲ ਕੀ ਹੋਣਾ ਹੈ। ਪਿਆਰ ਸਿਰਫ ਆਪਣੇ ਆਪ ਨੂੰ ਹੀ ਪਿਆਰ ਨਹੀਂ ਕਰਨਾ। ਇਹ ਨਹੀਂ ਕਿ ਆਪਣੇ ਆਪ ਨੂੰ ਪਿਆਰ ਕੀਤਾ ਤੇ ਅਸੀਂ ਪ੍ਰਭੂ ਭੋਜ ਵਿੱਚ ਦਾਖਲ ਹੋਣਾ ਹੈ। ਦੂਸਰਿਆਂ ਦੀ ਵੀ ਚਿੰਤਾ ਸਾਨੂੰ ਕੀ ਹੋਣੀ ਚਾਹੀਦੀ ਹੈ। ਦੂਸਰਿਆਂ ਦੇ ਪ੍ਰਤੀ ਵੀ ਸਾਡੇ ਹਿਰਦੇ ਦੇ ਵਿੱਚ, ਸਾਡੇ ਮਨਾਂ ਦੇ ਵਿੱਚ ਪਿਆਰ ਕੀ ਹੋਣਾ ਚਾਹੀਦਾ ਹੈ। ਇਸ ਲਈ ਪੌਲੁਸ ਇਸ ਜਗ੍ਹਾ ਦੇ ਵਿੱਚ ਲਿਖ ਰਿਹਾ ਹੈ, ਕਹਿੰਦਾ ਮੈਂ ਤੁਹਾਨੂੰ ਇਹ ਆਗਿਆ ਦਿੰਨਾ ਕਿ ਤੁਹਾਡੇ ਇਕੱਠੇ ਹੋਣ ਤੇ ਪਰਮੇਸ਼ਰ ਦੇ ਨਾਮ ਨੂੰ ਭਲਾਈ ਕੀ ਮਿਲਣੀ ਚਾਹੀਦੀ ਹੈ। ਪਰਮੇਸ਼ਰ ਦੇ ਨਾਮ ਨੂੰ ਬੜਾਈ ਮਿਲਣੀ ਚਾਹੀਦੀ ਹੈ, ਨਾ ਕਿ ਤੁਹਾਡੇ ਇਕੱਠੇ ਹੋਣ ਤੇ ਪਰਮੇਸ਼ਰ ਦੇ ਨਾਮ ਨੂੰ ਹਾਨੀ। ਮੇਰੇ ਜੀਜੋ, ਅੱਜ ਅਸੀਂ ਇਸ ਜਗ੍ਹਾ ਦੇ ਵਿੱਚ ਇਕੱਠੇ ਹੋਏ ਹਾਂ। ਅੱਜ ਅਸੀਂ ਇਸ ਜਗ੍ਹਾ ਦੇ ਵਿੱਚ ਪਰਮੇਸ਼ਰ ਦੇ ਨਾਮ ਦੀ ਮਹਿਮਾ ਕਰ ਰਹੇ ਹਾਂ। ਅੱਜ ਸਾਡਾ ਇਕੱਠਾ ਹੋਣਾ ਪਰਮੇਸ਼ਰ ਦੇ ਨਾਮ ਨੂੰ, ਪਰਮੇਸ਼ਰ ਦੇ ਨਾਮ ਦੀ ਮਹਿਮਾ ਨੂੰ ਕੀ ਪਾਣੇ ਪਾਏ, ਨਾ ਕਿ ਹਾਨੀ ਨੂੰ। ਮੇਰੇ ਜੀਜੋ, ਪ੍ਰਭੂ ਭੋਜ ਵਿੱਚ ਦਾਖਲ ਹੋਣ ਤੋਂ ਪਹਿਲਾਂ ਅਸੀਂ ਇੱਕ ਦੂਸਰੇ ਦੇ ਨਾਲ ਪਿਆਰ ਦੇ ਵਿੱਚ ਵਧਣਾ ਹੈ। ਗੁੱਸਾ, ਵੈਰ, ਵਿਰੋਧ, ਹਰ ਇੱਕ ਗਿਲੇ ਸ਼ਿਕਵੇ ਸਾਰੇ ਕੱਢ ਕੇ ਅਸੀਂ ਪਿਆਰ ਦੇ ਨਾਲ ਅਤੇ ਦੂਸਰਿਆਂ ਨੂੰ ਪਿਆਰ ਕਰਦੇ ਹੋਏ ਫਿਰ ਪ੍ਰਭੂ ਭੋਜ ਵਿੱਚ ਦਾਖਲ ਹੋਵਾਂਗੇ, ਤਾਂ ਫਿਰ ਪ੍ਰਭੂ ਸਾਨੂੰ ਕੀ ਆਸ਼ੀਸ਼ਿਤ ਕੀ ਕਰੇਗਾ। ਫਿਰ ਪ੍ਰਭੂ ਸਾਨੂੰ ਕੀ ਬਰਕਤ ਕੀ ਦੇਵੇਗਾ। ਜਦ ਅਸੀਂ ਪਹਿਲਾ ਕੁਰਿੰਥੀਆਂ 10 ਅਧਿਆਇ ਉਸ ਦੀ 17 ਨੂੰ ਪਹਿਲਾਂ ਪੜ੍ਹੀਏ। ਪਹਿਲਾ ਕੁਰਿੰਥੀਆਂ 10 ਅਧਿਆਇ ਉਸ ਦੀ 17 ਨੂੰ ਪੜ੍ਹੀਏ। ਰੋਟੀ ਇੱਕੋ ਹੈ, ਇਸ ਲਈ ਅਸੀਂ ਜੋ ਬਾਲੇ ਹਾਂ ਸੋ ਰਲ ਕੇ ਇੱਕ ਸਰੀਰ ਹਾਂ, ਕਿਉਂ ਜੋ ਅਸੀਂ ਸਭ ਇੱਕੋ ਰੋਟੀ ਵਿੱਚ ਸਾਂਝੀ ਹਾਂ। ਇਸ ਜਗ੍ਹਾ ਦੇ ਵਿੱਚ ਪਰਮੇਸ਼ਰ ਦਾ ਦਾਸ, ਅਸੀਂ ਇੱਕ ਦੂਸਰਿਆਂ ਦੇ ਲਈ ਕਿਸ ਤਰ੍ਹਾਂ ਸਾਡੇ ਮਨਾਂ ਦੇ ਵਿੱਚ ਪਿਆਰ ਦੀ ਭਾਵਨਾ ਕਿ ਅਸੀਂ ਆ ਸਕਦੀ ਹੈ, ਕਿਸ ਰੀਤੀ ਦੇ ਨਾਲ ਅਸੀਂ ਪਿਆਰ ਦੇ ਨਾਲ ਪ੍ਰਭੂ ਭੋਜ ਵਿੱਚ ਦਾਖਲ ਕੀ ਹੋ ਸਕਦੇ ਹਾਂ। ਕਿਉਂਕਿ ਅਸੀਂ ਦੇਖਿਆ, ਅਸੀਂ ਇੱਕੋ ਰੋਟੀ ਵਿੱਚੋਂ ਕੀ ਖਾਂਦੇ ਹਾਂ ਅਤੇ ਇੱਕੋ ਪਿਆਲੇ ਦੇ ਵਿੱਚੋਂ ਅਸੀਂ ਸਾਰੇ ਜਾਣੇ ਕੀ ਪੀਂਦੇ ਹਾਂ, ਜਿਹੜਾ ਕਿ ਪਿਆਰ ਨੂੰ ਕੀ ਦਰਸਾਉਂਦਾ ਹੈ। ਇਹ ਪਿਆਰ ਹੈ ਕਿ ਅਸੀਂ ਇੱਕੋ ਰੋਟੀ ਵਿੱਚੋਂ ਕੀ ਖਾ ਰਹੇ ਹਾਂ। ਅਗਰ ਅਸੀਂ ਆਪਣੇ ਘਰਾਂ ਦੇ ਵਿੱਚ ਅਸੀਂ ਇੱਕ ਰੋਟੀ ਦੇ ਵਿੱਚੋਂ ਇੰਨੇ ਸਾਰੇ ਜਾਣੇ ਖਾ ਨਹੀਂ ਸਕਦੇ। ਇੱਕ ਰੋਟੀ ਅਸੀਂ ਇੰਨੇ ਸਾਰੇ ਜਾਣਿਆਂ ਨੂੰ ਰਜਾ ਨਹੀਂ ਸਕਦੀ, ਅਤੇ ਇੱਕ ਪਾਣੀ ਦਾ ਗਲਾਸ ਜਾਂ ਕੁਝ ਵੀ ਇੱਕ ਇੰਨਾ ਸਾਰੇ ਜਾਣਿਆਂ ਨੂੰ ਉਹਨਾਂ ਦੀ ਪਿਆਸ ਤੋਂ ਬੁਝਾ ਨਹੀਂ ਸਕਦਾ। ਪਰ ਪਰਮੇਸ਼ਰ ਦਾ ਵਚਨ ਸਾਨੂੰ ਕੀ ਕਹਿੰਦਾ ਹੈ? ਕਹਿੰਦਾ ਹੈ ਸਾਡੇ ਸਭਨਾਂ ਦੇ ਲਈ ਇੱਕ ਹੀ ਕੀ ਰੋਟੀ ਹੈ, ਅਤੇ ਅਸੀਂ ਉਸੇ ਰੋਟੀ ਦੇ ਵਿੱਚੋਂ ਸਾਰਿਆਂ ਨੇ ਉਸੇ ਰੋਟੀ ਵਿੱਚ ਕੀ ਦਾਖਲ ਕੀ ਹੋਣਾ ਹੈ। ਮੇਰੇ ਜੀਜੋ, ਜਦ ਅਸੀਂ ਇੱਕ ਰੋਟੀ ਅਤੇ ਇੱਕ ਪਿਆਲੇ ਦੇ ਵਿੱਚ ਦਾਖਲ ਹੋਵਾਂਗੇ, ਉਹ ਕਿਸ ਚੀਜ਼ ਨੂੰ ਦਰਸਾਉਂਦਾ ਹੈ? ਇੱਕ ਰੋਟੀ ਅਤੇ ਇੱਕ ਪਿਆਲਾ ਉਹ ਪਿਆਰ ਨੂੰ ਕੀ ਦਰਸਾਉਂਦਾ ਹੈ ਕਿ ਅਸੀਂ ਸਾਰੇ ਪਿਆਰ ਦੇ ਵਿੱਚ ਕੀ ਇਕਜੁੱਟ ਹਾਂ। ਸਾਡੇ ਸਭਨਾਂ ਦੇ ਵਿੱਚ ਕੀ ਏਕਤਾ ਹੈ, ਅਤੇ ਏਕਤਾ ਦੇ ਕਾਰਨ ਹੀ, ਪਿਆਰ ਦੇ ਕਾਰਨ ਹੀ ਅਸੀਂ ਇੱਕੋ ਰੋਟੀ ਦੇ ਵਿੱਚੋਂ ਅਤੇ ਇੱਕੋ ਪਿਆਲੇ ਦੇ ਵਿੱਚੋਂ ਕੀ ਪੀ ਰਹੇ ਹਾਂ। ਦੂਸਰੀ ਗੱਲ ਨੂੰ ਅਸੀਂ ਦੇਖਾਂਗੇ, ਕਿਸ ਰੀਤੀ ਦੇ ਨਾਲ ਅਸੀਂ ਪਰਮੇਸ਼ਰ ਦੇ ਬਾਖਸ਼ਾਕਤ ਦੇ ਨਿਕਟ ਆਉਣਾ ਹੈ। ਪੜ੍ਹੀਏ 23 ਤੋਂ ਲੈ ਕੇ 26 ਤੱਕ।
ਮੈਂ ਤਾਂ ਇਹ ਗੱਲ ਪ੍ਰਭੂ ਤੋਂ ਪਾਈ ਸੀ ਹਾਂ ਜਿਹੜੀ ਤੁਹਾਨੂੰ ਸੌਂਪ ਦਿੱਤੀ। ਹਾਂ ਭਈ ਪ੍ਰਭੂ ਯੀਸ਼ੂ ਨੇ ਜਿਸ ਰਾਤ ਉਹ ਫੜਵਾਇਆ ਗਿਆ ਸੀ ਰੋਟੀ ਲਈ ਅਤੇ ਸ਼ੁਕਰ ਕਰਕੇ ਤੋੜੀ ਅਤੇ ਕਿਹਾ ਇਹ ਮੇਰਾ ਸਰੀਰ ਹੈ ਜੋ ਤੁਹਾਡੇ ਲਈ ਹੈ, ਮੇਰੀ ਯਾਦਗਿਰੀ ਲਈ ਇਹ ਕਰਿਆ ਕਰੋ। ਇਸੇ ਤਰ੍ਹਾਂ ਉਸਨੇ ਭੋਜਨ ਖਾਣ ਦੇ ਪਿੱਛੋਂ ਪਿਆਲਾ ਵੀ ਲਿਆ ਅਤੇ ਕਿਹਾ ਜੋ ਇਹ ਪਿਆਲਾ ਮੇਰੇ ਲਹੂ ਵਿੱਚ ਨਵਾਂ ਨੇਮ ਹੈ, ਜਦ ਕਦੇ ਤੁਸੀਂ ਇਹਨੂੰ ਪੀਵੋ ਤਾਂ ਮੇਰੀ ਯਾਦਗਿਰੀ ਲਈ ਇਹ ਕਰਿਆ ਕਰੋ। ਆਮੇਨ। ਦੂਸਰੀ ਗੱਲ ਅਸੀਂ ਪਰਮੇਸ਼ਰ ਦੇ ਵਚਨ ਦੇ ਵਿੱਚੋਂ ਦੇਖਾਂਗੇ ਕਿ ਅਸੀਂ ਪ੍ਰਭੂ ਪੋਜ ਦੇ ਵਿੱਚ ਦਾਖਲ ਹੋਣਾ ਹੈ ਤਾਂ ਅਸੀਂ ਉਸ ਦੀ ਮੌਤ ਨੂੰ, ਉਸ ਕਲਵਰੀ ਕਰੂਸ ਦੀ ਕੁਰਬਾਨੀ ਨੂੰ ਹਮੇਸ਼ਾ ਯਾਦ ਕੀ ਰੱਖਣਾ ਹੈ। ਦੂਸਰੀ ਗੱਲ, ਪ੍ਰਭੂ ਪੋਜ ਦੇ ਵਿੱਚ ਦਾਖਲ ਹੋਣ ਤੋਂ ਪਹਿਲਾਂ ਅਸੀਂ ਉਸ ਦੀ ਕੁਰਬਾਨੀ ਨੂੰ ਵੀ ਕੀ ਯਾਦ ਹਮੇਸ਼ਾ ਕੀ ਰੱਖਣਾ ਹੈ। ਇਸ ਲਈ ਪਰਮੇਸ਼ਰ ਦਾ ਵਚਨ ਕਹਿੰਦਾ ਇਹ ਗੱਲ ਮੈਂ ਪ੍ਰਭੂ ਤੋਂ ਕੀ ਪਾਈ ਹੈ। ਇਹ ਗੱਲ ਉਸਨੇ ਆਪਣੇ ਆਪ ਜਾਂ ਆਪਣੀ ਇਮੇਜਿਨੇਸ਼ਨ ਤੋਂ ਨਹੀਂ ਪਾਈ, ਕਿਉਂਕਿ ਅੱਗੇ ਜਾ ਕੇ ਉਹ ਇਸ ਗੱਲ ਨੂੰ ਪੂਰਨ ਰੀਤੀ ਨਾਲ ਸਾਫ਼ ਕਰ ਦਿੰਦਾ ਹੈ। ਪੜ੍ਹੀਏ ਜਦ ਗਲਾਤੀਆਂ ਉਸ ਦਾ 1 ਅਧਿਆਇ ਉਸ ਦੀ 11 ਅਤੇ 12 ਆਇਤ ਨੂੰ ਪੜ੍ਹੀਏ, ਉਸ ਜਗ੍ਹਾ ਦੇ ਵਿੱਚ ਪ੍ਰਭੂ ਦਾ ਦਾਸ ਪੌਲੁਸ ਇਸ ਗੱਲ ਨੂੰ ਪੂਰਨ ਰੀਤੀ ਦੇ ਨਾਲ ਸਾਫ਼ ਕਰ ਦਿੰਦਾ ਹੈ ਕਿ ਸੱਚਮੁੱਚ ਇਹ ਗੱਲ ਜਿਹੜੀ ਮੈਂ ਤੁਹਾਨੂੰ ਕਹਿ ਰਿਹਾ, ਇਹ ਗੱਲ ਜਿਹੜੀ ਮੈਂ ਕਲੀਸਿਆ ਨੂੰ ਕਹਿ ਰਿਹਾ, ਇਹ ਮੈਂ ਪ੍ਰਭੂ ਤੋਂ ਹੀ ਕੀ ਪਾਈ ਹੈ। ਮੈਂ ਆਪਣੀ ਇਮੇਜਿਨੇਸ਼ਨ ਤੋਂ ਨਹੀਂ ਜਾਂ ਆਪਣੇ ਦਿਮਾਗ ਤੋਂ ਇਹ ਤੁਹਾਨੂੰ ਕਹਿ ਨਹੀਂ ਰਿਹਾ। ਆਂਦਾ ਮੈਂ ਸਿੱਧਾ ਇਹ ਦਰਸ਼ਨ ਪ੍ਰਭੂ ਤੋਂ ਕੀ ਪਾਇਆ। ਪੜ੍ਹੀਏ ਗਲਾਤੀਆਂ 1 ਅਧਿਆਇ ਉਸ ਦੀ 11 ਅਤੇ 12 ਆਇਤ। ਸੋ ਹੇ ਭਰਾਵੋ, ਮੈਂ ਉਸ ਖੁਸ਼ਖਬਰੀ ਦੇ ਵਿਖੇ ਜਿਹੜੀ ਮੈਂ ਸੁਣਾਈ ਸੀ ਤੁਹਾਨੂੰ ਚੇਤਾਰਦਾ ਹਾਂ ਭਈ ਉਹ ਇਨਸਾਨ ਦੇ ਅਨੁਸਾਰ ਨਹੀਂ ਹੈ। ਉਹ ਮੈਨੂੰ ਨਾ ਇਨਸਾਨ ਕੋਲੋਂ ਮਿਲੀ, ਨਾ ਹੀ ਮੈਂ ਸਿਖਾਇਆ ਗਿਆ, ਸਗੋਂ ਉਹ ਯਿਸੂ ਮਸੀਹ ਦੇ ਪ੍ਰਕਾਸ਼ ਦੇ ਰਾਹੀਂ ਮੈਨੂੰ ਪ੍ਰਾਪਤ ਹੋਈ। ਹਾਲੇਲੂਇਆ। ਕੀ ਕਹਿ ਰਿਹਾ? ਕਹਿ ਰਿਹਾ ਨਾ ਮੈਂ ਕਿਸੇ ਇਨਸਾਨ ਦੇ ਕੋਲੋਂ ਉਸ ਸਿੱਖਿਆ ਨੂੰ, ਉਸ ਦਰਸ਼ਨ ਨੂੰ ਨਾ ਪਾਇਆ, ਨਾ ਕਿਸੇ ਔਰ ਦੇ ਕੋਲੋਂ, ਨਾ ਮੈਂ ਆਪਣੇ ਦਿਮਾਗ ਤੋਂ, ਨਾ ਮੈਂ ਆਪਣੀ ਸਮਝ ਤੋਂ ਤੁਹਾਨੂੰ ਇਹ ਗੱਲ ਕਹਿ ਰਿਹਾ। ਪਰ ਕੀ ਕਹਿ ਰਿਹਾ? ਕਹਿੰਦਾ ਇਹ ਗੱਲ ਮੈਂ ਪ੍ਰਭੂ ਤੋਂ ਕੀ ਪਾਈ ਹੈ। ਇਹ ਗੱਲ ਮੈਂ ਪ੍ਰਭੂ ਤੋਂ ਪਾਈ ਹੈ। ਮੇਰੇ ਜੀਜੋ ਸੱਚਮੁੱਚ ਉਸਨੇ ਗੱਲ ਪ੍ਰਭੂ ਤੋਂ ਪਾਈ ਸੀ, ਉਸਨੇ ਸਿੱਖਿਆ ਪ੍ਰਭੂ ਤੋਂ ਪਾਈ ਸੀ, ਜਿਹੜੀ ਉਸਨੇ ਕਰੰਥੀਆ ਦੀ ਕਲੀਸਿਆ ਨੂੰ ਸਿਖਾਇਆ, ਜਿਹੜੀ ਕਰੰਥੀਆ ਦੇ ਕਲੀਸਿਆ ਦੇ ਨਾਲ ਉਹ ਕੀ ਹੋਈ ਗੱਲ ਬਾਤ ਕੀ ਕਰ ਰਿਹਾ ਸੀ। ਕਹਿੰਦਾ ਇਹ ਗੱਲ ਮੈंने प्रभु से पाई है कि जिस रात ਉਹ ਫੜਵਾਇਆ ਗਿਆ ਉਸਨੇ ਰੋਟੀ ਲਈ ਅਤੇ ਉਸ ਨੂੰ ਤੋੜ ਕੇ ਕਿਹਾ ਇਹ ਮੇਰਾ ਕੀ ਬਦਨ ਹੈ। ਮੇਰੇ ਜੀਜੋ ਸੱਚਮੁੱਚ ਅੱਜ ਅਸੀਂ ਵੀ ਪ੍ਰਭੂ ਪੋਜ ਦੇ ਵਿੱਚ ਦਾਖਲ ਹੋਣਾ ਹੈ। ਉਸ ਸਮੇਂ ਵੀ ਇਹ ਵਚਨ ਪੜਿਆ ਜਾਵੇਗਾ, ਉਸ ਸਮੇਂ ਵੀ ਪ੍ਰਭੂ ਦੇ ਦਾਸ ਇਸ ਗੱਲ ਨੂੰ ਕਹਿਣਗੇ ਕਿ ਜਿਸ ਰਾਤ ਯਿਸੂ ਮਸੀਹ ਫੜਵਾਇਆ ਗਿਆ ਉਸਨੇ ਰੋਟੀ ਲਈ ਅਤੇ ਉਸ ਨੂੰ ਤੋੜਿਆ ਅਤੇ ਕਿਹਾ ਇਹ ਮੇਰਾ ਕੀ ਬਦਨ ਹੈ, ਇਹ ਮੇਰਾ ਸਰੀਰ ਹੈ, ਤੁਸੀਂ ਇਸ ਨੂੰ ਲੈਣਾ ਹੈ। ਮੇਰੇ ਜੀਜੋ ਜਦ ਅਸੀਂ ਉਸ ਦੇ ਸਰੀਰ ਨੂੰ ਆਪਣੇ ਸਰੀਰਾਂ ਦੇ ਵਿੱਚ ਸ਼ਰੀਕ ਕਰਦੇ ਹਾਂ, ਇਹ ਇਸ ਗੱਲ ਦਾ ਸਬੂਤ ਹੈ ਕਿ ਅਸੀਂ ਉਸ ਦੀ ਉਸ ਕੁਰਬਾਨੀ ਨੂੰ ਕੀ ਯਾਦ ਕੀ ਕਰ ਰਹੇ ਹਾਂ। ਇਸ ਚੀਜ਼ ਨੂੰ ਦਰਸਾਉਂਦਾ ਹੈ ਕਿ ਅਸੀਂ ਉਸ ਯਿਸੂ ਦੀ ਕੁਰਬਾਨੀ ਨੂੰ ਜਿਹੜੀ ਉਸਨੇ ਤੁਹਾਡੇ ਅਤੇ ਮੇਰੇ ਲਈ ਦਿੱਤੀ, ਉਸ ਕੁਰਬਾਨੀ ਨੂੰ ਕਿ ਅਸੀਂ ਯਾਦ ਕੀ ਕਰ ਰਹੇ ਹਾਂ, ਉਸ ਨੂੰ ਰਿਮੈਂਬਰ ਕਰ ਰਹੇ ਹਾਂ, ਉਸ ਨੂੰ ਯਾਦ ਕਰ ਰਹੇ ਹਾਂ। ਜਿਹੜੀ ਗੱਲ ਉਸਨੇ ਪ੍ਰਭੂ ਤੋਂ ਪਾਈ ਸੀ ਅਤੇ ਜਿਹੜੀ ਗੱਲ ਉਸਨੇ ਕਲੀਸਿਆ ਨੂੰ ਉਸ ਸਮੇਂ ਕਹੀ ਸੀ, ਅੱਜ ਅਸੀਂ ਵੀ ਐਜ਼ ਅ ਕਲੀਸਿਆ ਉਸ ਨੂੰ ਮੰਨ ਰਹੇ ਹਾਂ ਕਿ ਸੱਚਮੁੱਚ ਇਹ ਗੱਲ ਪ੍ਰਭੂ ਤੋਂ ਹੈ ਅਤੇ ਅਸੀਂ ਇਸ ਨੂੰ ਕੀ ਕਰਨਾ ਹੈ, ਅਸੀਂ ਇਸ ਨੂੰ ਯਾਦ ਕੀ ਰੱਖਣਾ ਹੈ। ਮੇਰੇ ਜੀਜੋ ਪਹਿਲੀ ਗੱਲ, ਪ੍ਰਭੂ ਪੋਜ ਵਿੱਚ ਦਾਖਲ ਹੋਣ ਤੋਂ ਪਹਿਲਾਂ ਅਸੀਂ ਪਿਆਰ ਦੇ ਨਾਲ ਇੱਕ ਦੂਸਰੇ ਦੇ ਪਿਆਰ ਦੇ ਵਿੱਚ ਸਹਿਬਾਗੀ ਹੋ ਕੇ ਫਿਰ ਅਸੀਂ ਪ੍ਰਭੂ ਦੇ ਵਿੱਚ, ਪ੍ਰਭੂ ਦੀ ਮੇਜ਼ ਦੇ ਵਿੱਚ ਕੀ ਸਹਿਬਾਗੀ ਹੋਣਾ ਹੈ। ਦੂਸਰੀ ਗੱਲ, ਪ੍ਰਭੂ ਦੀ ਮੇਜ਼ ਦੇ ਵਿੱਚ ਸਹਿਬਾਗੀ ਹੋਣ ਤੋਂ ਪਹਿਲਾਂ ਅਸੀਂ ਅਸੀਂ ਹਮੇਸ਼ਾ ਪ੍ਰਭੂ ਦੀ ਉਸ ਕੁਰਬਾਨੀ ਨੂੰ ਯਾਦ ਕੀ ਰੱਖਣਾ ਹੈ। ਅਤੇ ਤੀਸਰੀ ਗੱਲ ਪ੍ਰਭੂ ਦੇ ਵਚਨ ਦੇ ਵਿੱਚ ਅਸੀਂ ਦੇਖਾਂਗੇ, ਪੜ੍ਹੀਏ ਉਸ ਦੀ 25 ਅਤੇ 26 ਆਇਤ ਨੂੰ। ਇਸੇ ਤਰ੍ਹਾਂ ਉਸਨੇ ਭੋਜਨ ਖਾਣ ਦੇ ਪਿੱਛੋਂ ਪਿਆਲਾ ਵੀ ਲਿਆ ਅਤੇ ਕਿਹਾ ਜੋ ਇਹ ਪਿਆਲਾ ਮੇਰੇ ਲਹੂ ਵਿੱਚ ਨਵਾਂ ਨੇਮ ਹੈ, ਜਦ ਕਦੇ ਤੁਸੀਂ ਇਹਨੂੰ ਪੀਵੋ ਤਾਂ ਮੇਰੀ ਯਾਦਗਿਰੀ ਲਈ ਇਹ ਕਰਿਆ ਕਰੋ, ਕਿਉਂਕਿ ਜਦ ਕਦੀ ਤੁਸੀਂ ਇਹ ਰੋਟੀ ਖਾਓ ਅਤੇ ਪਿਆਲਾ ਪੀਵੋ ਤਾਂ ਤੁਸੀਂ ਪ੍ਰਭੂ ਦੇ ਮੌਤ ਦਾ ਪ੍ਰਚਾਰ ਕਰਦੇ ਰਹਿੰਦੇ ਹੋ ਜਦ ਤੀਕਰ ਉਹ ਨਾ ਆਵੇ। ਆਮੇਨ, ਹਾਲੇਲੂਇਆ। ਤੀਸਰੀ ਗੱਲ ਅਸੀਂ ਪ੍ਰਭੂ ਦੇ ਵਚਨ ਦੇ ਵਿੱਚੋਂ ਦੇਖਾਂਗੇ ਕਿ ਅਸੀਂ ਪ੍ਰਭੂ ਪੋਜ ਨੂੰ ਹਮੇਸ਼ਾ ਕੀ ਕਰਦੇ ਰਹਿਣਾ ਹੈ। ਜਦ ਅਸੀਂ ਆਦਿ ਕਲੀਸਿਆ ਦੇ ਬਾਰੇ ਪੜ੍ਹਦੇ ਹਾਂ, ਆਦਿ ਕਲੀਸਿਆ ਹਰ ਦਿਨ ਇਸ ਰੀਤੀ ਨੂੰ ਕੀ
ਕਰਦੀ ਸੀ। ਹਰ ਦਿਨ ਪ੍ਰਭੂ ਪੋਜ ਦੀ ਰੀਤੀ ਨੂੰ ਕੀ ਕਰਦੀ ਸੀ। ਪੜ੍ਹੀਏ ਰਸੂਲਾਂ ਦੇ ਕਰਤੱਵ ਪ੍ਰੇਰਿਤੋਂ ਕੇ ਕੰਮ, ਉਸ ਦਾ 2 ਅਧਿਆਇ, ਉਸ ਦੀ 46 ਆਇਤ ਨੂੰ ਪੜ੍ਹੀਏ। ਰਸੂਲਾਂ ਦੇ ਕਰਤੱਵ ਉਸ ਦਾ 2 ਅਧਿਆਇ, ਉਸ ਦੀ 46 ਆਇਤ ਨੂੰ ਪੜ੍ਹੀਏ। ਅਰ ਦਿਨੋ ਦਿਨ ਇੱਕ ਮਨ ਹੋ ਕੇ ਹੈਕਲ ਵਿੱਚ ਲਗਾਤਾਰ ਰਹਿੰਦੇ ਤੇ ਕੜੀ ਰੋਟੀ ਤੋੜਦੇ, ਉਹ ਖੁਸ਼ੀ ਅਤੇ ਸਿੱਧੇ ਮਨ ਨਾਲ ਭੋਜਨ ਛਕਦੇ ਸਨ। ਪੜ੍ਹੀਏ ਫਿਰ ਤੈਨੂੰ ਪੜ੍ਹੀਏ। ਔਰ ਦਿਨੋ ਦਿਨ ਇੱਕ ਮਨ ਹੋ ਕੇ ਹੈਕਲ ਵਿੱਚ ਲਗਾਤਾਰ ਰਹਿੰਦੇ ਅਤੇ ਘਰੀ ਰੋਟੀ ਤੋੜਦੇ, ਉਹ ਖੁਸ਼ੀ ਅਤੇ ਸਿੱਧੇ ਮਨ ਨਾਲ ਭੋਜਨ ਛਕਦੇ ਸਨ। ਹਾਂ, ਲਿਖਿਆ ਪ੍ਰਤੀ ਦਿਨ ਉਹ ਪ੍ਰਭੂ ਦੀ ਹੈਕਲ ਦੇ ਵਿੱਚ ਇਕੱਠੇ ਹੋ ਕੇ ਇਸ ਰੀਤ ਨੂੰ ਕੀ ਕਰਦੇ ਸੀ। ਅੱਜ ਕਲੀਸਿਆ ਦੇ ਲੋਕ ਪ੍ਰਤੀ ਦਿਨ ਇਸ ਚੀਜ਼ ਨੂੰ ਕੀ ਕਰਦੇ ਸੀ। ਪ੍ਰਤੀ ਦਿਨ ਉਹ ਪ੍ਰਭੂ ਦੀ ਕੁਰਬਾਨੀ ਨੂੰ ਯਾਦ ਕੀ ਕਰਦੇ ਸੀ। ਪ੍ਰਤੀ ਦਿਨ ਉਸ ਦੀਆਂ ਭਲਾਈਆਂ ਨੂੰ ਯਾਦ ਕਰਦੇ ਸੀ। ਪ੍ਰਤੀ ਦਿਨ ਉਸ ਦੀਆਂ ਭਲਾਈਆਂ ਨੂੰ ਯਾਦ ਕਰਕੇ ਉਸ ਦਾ ਧੰਨਵਾਦ ਕੀ ਉਹ ਕਰਦੇ ਸੀ। ਪ੍ਰਤੀ ਦਿਨ ਉਸ ਦੀ ਕੁਰਬਾਨੀ ਨੂੰ ਯਾਦ ਕਰਦੇ ਸੀ। ਪ੍ਰਤੀ ਦਿਨ ਉਹ ਪ੍ਰਭੂ ਪੋਜ ਦੇ ਵਿੱਚ ਦਾਖਲ ਕੀ ਹੁੰਦੇ ਸੀ। ਪਰ ਅੱਗੇ ਜਦ ਅਸੀਂ ਦੇਖਦੇ ਹਾਂ, ਪੜ੍ਹੀਏ ਰਸੂਲਾਂ ਦੇ ਕਰਤੱਵ 20 ਅਧਿਆਇ ਉਸ ਦੀ 7 ਆਇਤ ਨੂੰ ਪੜ੍ਹੀਏ। 20 ਅਧਿਆਇ ਉਸ ਦੀ 7 ਆਇਤ ਨੂੰ ਪੜ੍ਹੀਏ। ਹਫਤੇ ਦੇ ਪਹਿਲੇ ਦਿਨ ਜਾਂ ਅਸੀਂ ਰੋਟੀ ਤੋੜਨ ਲਈ ਇਕੱਠੇ ਹੋਏ। ਹਾਂ, ਅੱਗੇ ਪਹਿਲਾਂ ਉਹ ਕੀ ਕਰਦੇ ਸੀ, ਹਰ ਦਿਨ ਰੋਟੀ ਨੂੰ ਕੀ ਤੋੜਦੇ ਸੀ। ਹਰ ਦਿਨ ਉਸ ਦੀ ਮੌਤ ਨੂੰ, ਉਸ ਦੀ ਕੁਰਬਾਨੀ ਨੂੰ ਯਾਦ ਕੀ ਕਰਦੇ ਸੀ। ਪਰ ਇਸ ਜਗ੍ਹਾ ਦੇ ਵਿੱਚ ਲਿਖਿਆ ਉਹ ਸਪਤੇ ਦੇ, ਉਹ ਹਫਤੇ ਦੇ ਪਹਿਲੇ ਦਿਨ ਰੋਟੀ ਤੋੜਨ ਦੇ ਲਈ ਇਕੱਠੇ ਕੀ ਹੁੰਦੇ ਸੀ। ਅੱਜ ਮੇਰੇ ਜੀਜੋ, ਅਸੀਂ ਵੀ ਹਫਤੇ ਦੇ ਪਹਿਲੇ ਦਿਨ ਪ੍ਰਭੂ ਪੋਜ ਦੇ ਵਿੱਚ ਕੀ ਦਾਖਲਾ, ਅਤੇ ਅਸੀਂ ਇਸ ਨੂੰ ਹਰ ਮਹੀਨੇ ਦੇ ਪਹਿਲੇ ਹਫਤੇ ਕੀ ਕਰਦੇ ਹਾਂ। ਹਫਤੇ ਦੇ ਪਹਿਲੇ ਦਿਨ ਇਸ ਨੂੰ ਕੀ ਕਰਦੇ ਹਾਂ, ਪ੍ਰਭੂ ਦਾ ਧੰਨਵਾਦ ਕਰਦੇ ਹਾਂ, ਉਸ ਦੀ ਕੁਰਬਾਨੀ ਨੂੰ ਯਾਦ ਕੀ ਕਰਦੇ ਹਾਂ ਕਿ ਉਸਨੇ ਸਾਡੇ ਪਾਪਾਂ ਦੇ ਲਈ ਆਪਣੀ ਜਾਨ ਨੂੰ ਕੀ ਦੇ ਦਿੱਤਾ। ਉਸ ਦੀ ਕੁਰਬਾਨੀ ਨੂੰ ਯਾਦ ਕਰਕੇ ਉਸ ਦਾ ਧੰਨਵਾਦ ਕਰਦੇ ਹਾਂ। ਖੁਦਾਇਆ ਸ਼ੁਕਰੀਆ ਤੇਰਾ ਪ੍ਰਭੂ ਜੀ, ਅਸੀਂ ਤੇਰਾ ਧੰਨਵਾਦ ਕਰਦੇ ਹਾਂ। ਅਤੇ ਮੇਰੇ ਅਜ਼ੀਜ਼ੋ, ਪ੍ਰਭੂ ਪੋਜ ਵਿੱਚ ਦਾਖਲ ਹੋਣ ਤੋਂ ਪਹਿਲਾਂ, ਪ੍ਰਭੂ ਪੋਜ ਵਿੱਚ ਸ਼ਾਮਿਲ ਹੋਣ ਤੋਂ ਪਹਿਲਾਂ ਅਸੀਂ ਆਪਣੇ ਸਰੀਰਾਂ ਦੀ ਜਾਂਚ ਕਰਨੀ ਹੈ ਕਿ ਪ੍ਰਭੂ ਹੋਣੇ ਪਾਏ ਮੈਂ ਪ੍ਰਭੂ ਇਸ ਨੂੰ ਕਦੀ ਵੀ ਮਿਸ ਨਾ ਕਰਾਂ। ਪ੍ਰਭੂ ਮੈਂ ਇਸ ਦੇ ਪ੍ਰਭੂ ਪੋਜ ਵਿੱਚ ਦਾਖਲ ਹੋਣ ਤੋਂ ਪਹਿਲਾਂ ਅਸੀਂ ਆਪਣੇ ਮਨਾਂ ਵਿੱਚ ਵਿਚਾਰ ਕਰੀਏ, ਜਿਹੜੇ ਲੋਕ ਪ੍ਰਭੂ ਪੋਜ ਨਹੀਂ ਲੈਂਦੇ, ਜਿਹੜੇ ਲੋਕ ਪ੍ਰਭੂ ਪੋਜ ਵਿੱਚ ਸ਼ਾਮਿਲ ਨਹੀਂ ਹੁੰਦੇ, ਅੱਜ ਅਸੀਂ ਪਰਖ ਕਰੀਏ ਕਿ ਪ੍ਰਭੂ ਮੈਂ ਐਸਾ ਕੋਈ ਗਲਤੀ ਗੁਨਾਹ ਨਾ ਕਰਾਂ ਕਿ ਮੈਂ ਪ੍ਰਭੂ ਪੋਜ ਵਿੱਚ ਸ਼ਾਮਿਲ ਨਾ ਹੋਵਾਂ, ਬਲਕਿ ਪ੍ਰਭੂ ਰੀਤ ਦੇ ਅਨੁਸਾਰ, ਤੇਰੇ ਵਚਨਾਂ ਦੇ ਅਨੁਸਾਰ ਪ੍ਰਭੂ ਜਦੋਂ ਵੀ ਪ੍ਰਭੂ ਪੋਜ ਹੁੰਦਾ ਹੈ, ਮੈਂ ਉਸ ਸਮੇਂ ਪ੍ਰਭੂ ਪੋਜ ਵਿੱਚ ਕੀ ਸ਼ਰੀਕ ਹੋਣੇ ਪਾਵਾਂ। ਆਮੇਨ, ਹਾਲੇਲੂਇਆ, ਹਾਲੇਲੂਇਆ। ਅਤੇ ਅਸੀਂ ਚੌਥੀ ਗੱਲ ਨੂੰ, ਲਾਸਟ ਗੱਲ ਨੂੰ ਦੇਖਾਂਗੇ। ਪੜ੍ਹੀਏ 27 ਤੋਂ 34 ਆਇਤ ਤੱਕ। ਪਹਿਲਾ ਗ੍ਰੰਥੀ 11 ਅਧਿਆਇ। ਇਸ ਕਰਕੇ ਜੋ ਕੋਈ ਅਯੋਗਤਾ ਨਾਲ ਇਹ ਰੋਟੀ ਖਾਵੇ ਅਥਵਾ ਪ੍ਰਭੂ ਦਾ ਪਿਆਲਾ ਪੀਵੇ, ਸੋ ਪ੍ਰਭੂ ਦੇ ਸਰੀਰ ਅਤੇ ਲਹੂ ਦਾ ਦੋਸ਼ੀ ਹੋਵੇਗਾ। ਪਰ ਮਨੁੱਖ ਆਪਣੇ ਆਪ ਨੂੰ ਪਰਖੇ ਅਤੇ ਇਉਂ ਇਸ ਰੋਟੀ ਵਿੱਚੋਂ ਖਾਵੇ ਅਤੇ ਪਿਆਲੇ ਵਿੱਚੋਂ ਪੀਵੇ। ਜਿਹੜਾ ਖਾਂਦਾ ਅਤੇ ਪੀਂਦਾ ਹੈ, ਜੇ ਉਹ ਸਰੀਰ ਦੀ ਜਾਂਚ ਨਾ ਕਰੇ ਤਾਂ ਆਪਣੇ ਉੱਤੇ ਡੰਨ ਲਾ ਕੇ ਖਾਂਦਾ ਪੀਂਦਾ ਹੈ। ਇਸੇ ਕਾਰਨ ਬਾਲੇ ਤੁਹਾਡੇ ਵਿੱਚ ਨਤਾਣੇ ਅਤੇ ਰੋਗੀ ਹਨ ਅਤੇ ਕਈ ਕੁ ਸੁੱਤੇ ਪਏ ਹਨ। ਪਰ ਜੇ ਅਸੀਂ ਆਪਣੇ ਆਪ ਨੂੰ ਜਾਂਚਦੇ ਤਾਂ ਜਾਚੇ ਜਾਂਦੇ। ਇਸ ਜਗ੍ਹਾ ਦੇ ਵਿੱਚ ਚੌਥੀ ਗੱਲ ਅਸੀਂ ਦੇਖਾਂਗੇ, ਪ੍ਰਭੂ ਪੋਜ ਵਿੱਚ ਸ਼ਾਮਿਲ ਹੋਣ ਤੋਂ ਪਹਿਲਾਂ, ਉਸ ਦੇ ਵਿੱਚ ਸ਼ਰੀਕ ਹੋਣ ਤੋਂ ਪਹਿਲਾਂ ਅਸੀਂ ਆਪਣੇ ਆਪ ਦੀ ਪਹਿਚਾਨ ਕੀ ਕਰਨੀ ਹੈ। ਚੌਥੀ ਅਤੇ ਲਾਸਟ ਗੱਲ, ਪ੍ਰਭੂ ਦਾ ਵਚਨ ਸਾਨੂੰ ਕੀ ਕਹਿੰਦਾ ਹੈ, ਅਸੀਂ ਆਪਣੇ ਆਪ ਦੀ ਪਹਿਚਾਨ ਕੀ ਕਰਨੀ ਹੈ। ਇਸ ਲਈ ਪਰਮੇਸ਼ਰ ਦਾ ਦਾਸ ਕੁਰਿੰਥੀਆਂ ਦੀ ਕਲੀਸਿਆ ਨੂੰ ਉਸ ਸਮੇਂ ਲਿਖਦਾ ਹੈ। ਪੜ੍ਹੀਏ 27 ਆਇਤ ਨੂੰ ਪੜ੍ਹੀਏ ਫਿਰ ਤੋਂ। ਇਸ ਕਰਕੇ ਜੋ ਕੋਈ ਅਯੋਗਤਾ ਨਾਲ ਇਹ ਰੋਟੀ ਖਾਵੇ। ਵਚਨ ਵਿੱਚ ਇਸ ਪ੍ਰਕਾਰ ਦੇ ਨਾਲ ਪਰਮੇਸ਼ਰ ਦਾ ਦਾਸ ਕੁਰਿੰਥੀਆਂ ਦੀ ਕਲੀਸਿਆ ਨੂੰ ਲਿਖ ਰਿਹਾ ਹੈ, ਕਹਿੰਦਾ ਜੇ ਕੋਈ ਆਪਣੇ ਆਪ ਨੂੰ ਨਾ ਜਾਂਚੇ, ਆਪਣੇ ਆਪ ਦੀ ਪਰਖ ਨਾ ਕਰੇ ਅਤੇ ਅਯੋਗਤਾ ਦੇ ਨਾਲ ਇਸ ਰੋਟੀ ਵਿੱਚੋਂ ਖਾਵੇ ਅਥਵਾ ਪ੍ਰਭੂ ਦਾ ਪਿਆਲਾ ਪੀਵੇ, ਸੋ ਪ੍ਰਭੂ ਦੇ ਸਰੀਰ ਅਤੇ ਲਹੂ ਦਾ ਦੋਸ਼ੀ ਹੋਵੇਗਾ। ਅਤੇ ਉਹ ਪ੍ਰਭੂ ਦੇ ਸਰੀਰ ਅਤੇ ਲਹੂ ਦਾ ਦੋਸ਼ੀ ਕੀ ਹੋਵੇਗਾ। ਅੱਜ ਮੇਰੇ ਅਜ਼ੀਜ਼ੋ, ਅਸੀਂ ਆਪਣੇ ਆਪ ਦੀ ਪਹਿਚਾਨ ਕਰਨੀ ਹੈ। ਅਸੀਂ ਆਪਣੇ ਆਪ ਉੱਤੇ ਡੰਨ ਲਾ ਕੇ ਇਸ ਨੂੰ ਖਾਣਾ ਅਤੇ ਇਸ ਪਿਆਲੇ ਵਿੱਚ ਸ਼ਰੀਕ ਹੋਣਾ
ਨਹੀਂ ਹੈ। ਆਪਣੇ ਆਪ ਦੀ ਜਾਂਚ ਕਰੀਏ, ਪਰਖ ਕਰੀਏ ਅਤੇ ਉਸ ਤੋਂ ਪਹਿਲਾਂ ਪ੍ਰਭੂ ਦੇ ਸਾਹਮਣੇ ਜਾ ਕੇ ਮਾਫੀ ਮੰਗੀਏ ਕਿ ਪ੍ਰਭੂ ਮੈਂ ਪਰਖ ਕੀਤੀ ਹੈ, ਪ੍ਰਭੂ ਮੇਰੇ ਕੋਲੋਂ ਇਹ ਗਲਤੀ ਹੋਇਆ, ਇਹ ਗੁਨਾਹ ਹੋਇਆ ਹੈ, ਪ੍ਰਭੂ ਮੈਨੂੰ ਮਾਫ ਕਰ ਦੇ। ਤਾਂ ਜੋ ਪ੍ਰਭੂ ਮੈਂ ਪ੍ਰਭੂ ਭੋਜ ਵਿੱਚ ਸ਼ਾਮਿਲ ਹੋਣ ਤੋਂ ਪਹਿਲਾਂ ਪ੍ਰਭੂ ਤੁਸੀਂ ਮੈਨੂੰ ਸ਼ੁੱਧ ਕਰ ਦਿਓ ਅਤੇ ਮੈਂ ਆਪਣੇ ਪਾਪਾਂ ਦੀ ਮਾਫੀ ਮੰਗ ਕੇ ਪ੍ਰਭੂ ਤੁਹਾਡੇ ਵੱਲੋਂ ਸ਼ੁੱਧ ਕੀਤੀ ਜਾਵਾਂ ਜਾਂ ਕੀਤਾ ਜਾਵਾਂ। ਅਤੇ ਪ੍ਰਭੂ ਤਾਂ ਜੋ ਮੇਰੇ ਸਰੀਰ ਦੇ ਵਿੱਚ ਡੰਨ ਨਾ ਲੱਗੇ। ਇਸ ਲਈ ਪਰਮੇਸ਼ਰ ਦਾ ਵਚਨ ਕਹਿੰਦਾ ਹੈ, ਇਸੇ ਲਈ ਜਿਹੜੇ ਇਸ ਨੂੰ ਅਯੋਗਤਾ ਦੇ ਨਾਲ ਲੈਂਦੇ ਨੇ, ਇਸੇ ਕਰਕੇ ਤੁਹਾਡੇ ਵਿੱਚੋਂ ਬਹੁਤ ਰੋਗੀ ਅਤੇ ਬਹੁਤ ਕੀ ਨਿਤਾਣੇ ਨੇ। ਮੇਰੇ ਜੀਜੋ, ਅੱਜ ਅਸੀਂ ਪ੍ਰਭੂ ਭੋਜ ਨੂੰ ਲੈ ਕੇ ਰੋਗੀ ਬਣਨਾ ਨਹੀਂ ਹੈ, ਨਿਤਾਣੇ ਬਣਨਾ ਨਹੀਂ ਹੈ, ਆਪਣੇ ਆਪ ਉੱਤੇ ਡੰਨ ਲਵਾਉਣਾ ਨਹੀਂ ਹੈ, ਬਲਕਿ ਆਪਣੇ ਆਪ ਦੀ ਪਹਿਚਾਨ ਕਰਕੇ ਫਿਰ ਇਸ ਦੇ ਵਿੱਚ ਸ਼ਰੀਕ ਕੀ ਹੋਣਾ ਹੈ। ਅਯੋਗਤਾ ਦੇ ਨਾਲ ਇਸ ਦੇ ਵਿੱਚ ਸ਼ਰੀਕ ਹੋਣਾ ਨਹੀਂ ਹੈ। ਆਦਰ ਦੇਣਾ ਹੈ, ਰੋਟੀ ਅਤੇ ਪਿਆਲੇ ਨੂੰ ਆਦਰ ਕੀ ਦੇਣਾ ਹੈ। ਇਹ ਰੋਟੀ ਆਮ ਰੋਟੀ ਨਹੀਂ ਹੈ, ਕਿਉਂਕਿ ਇਹ ਪ੍ਰਭੂ ਦਾ ਬਦਨ ਹੈ ਜਿਹੜਾ ਤੁਹਾਡੇ ਤੇ ਮੇਰੇ ਲਈ ਕੀ ਤੋੜਿਆ ਗਿਆ। ਉਹ ਜੂਸ ਕੋਈ ਆਮ ਜੂਸ ਨਹੀਂ ਹੈ, ਉਹ ਪ੍ਰਭੂ ਦਾ ਲਹੂ ਹੈ ਜਿਹੜਾ ਤੁਹਾਡੇ ਅਤੇ ਮੇਰੇ ਪਾਪਾਂ ਦੇ ਲਈ ਉਸ ਕਲਵਰੀ ਕਰੂਸ ਦੇ ਉੱਤੇ ਬਹਾਇਆ ਗਿਆ। ਇਸ ਲਈ ਉਸ ਨੂੰ ਅਸੀਂ ਆਦਰ ਦੇ ਨਾਲ, ਸਤਿਕਾਰ ਦੇ ਨਾਲ ਆਪਣੀ ਜ਼ਿੰਦਗੀਆਂ ਦੇ ਵਿੱਚ ਕਿ ਉਸ ਨੂੰ ਗ੍ਰਹਿਣ ਕੀ ਕਰਨਾ ਹੈ। ਕਿਰਪਾ ਕਰਕੇ ਜਦ ਵੀ ਰੋਟੀ ਤੁਹਾਨੂੰ ਦਿੱਤੀ ਜਾਵੇ, ਬਹੁਤ ਵਾਰ ਅਸੀਂ ਦੇਖਿਆ ਬਹੁਤ ਲੋਕ ਇੱਕ ਹੱਥ ਦੇ ਨਾਲ ਰੋਟੀ ਕੀ ਲੈਂਦੇ ਨੇ। ਕਿਰਪਾ ਕਰਕੇ ਮੇਰੀ ਬੇਨਤੀ ਹੈ, ਜਦ ਵੀ ਅਸੀਂ ਉਸ ਉਹ ਰੋਟੀ ਜੇ ਤੁਹਾਡੇ ਕੋਲ ਆਉਂਦੀ ਹੈ, ਜਦ ਪ੍ਰਭੂ ਦਾ ਬਦਨ ਤੁਹਾਡੇ ਕੋਲ ਆਉਂਦਾ ਹੈ, ਉਸ ਨੂੰ ਆਦਰ ਦੇ ਨਾਲ, ਸਤਿਕਾਰ ਦੇ ਨਾਲ ਦੋਨਾਂ ਹੱਥਾਂ ਦੇ ਵਿੱਚ ਕੀ ਲਈਏ। ਅਤੇ ਜਦ ਉਹ ਪਿਆਲਾ ਪਰਮੇਸ਼ਰ ਦਾ ਲਹੂ ਜਿਹੜਾ ਤੁਹਾਡੇ ਅਤੇ ਮੇਰੇ ਲਈ ਬਹਾਇਆ ਗਿਆ, ਜਦ ਉਹ ਵੀ ਤੁਹਾਡੇ ਕੋਲ ਆਉਂਦਾ ਹੈ, ਉਸ ਨੂੰ ਵੀ ਦੋਨਾਂ ਹੱਥਾਂ ਦੇ ਨਾਲ ਕੀ ਗ੍ਰਹਿਣ ਕਰੀਏ, ਨਾ ਕਿ ਇਸ ਗਲਾਸ ਵਾਂਗੂ ਫੜੀਏ। ਕਿਰਪਾ ਕਰਕੇ ਐਦਾਂ ਉਸ ਨੂੰ ਆਦਰ ਦੇ ਨਾਲ, ਸਤਿਕਾਰ ਦੇ ਨਾਲ ਉਸ ਪਿਆਲੇ ਦੇ ਸਾਹਮਣੇ ਆਪਣੇ ਆਪ ਨੂੰ ਅਧੀਨ ਕਰ ਦਈਏ, ਕਿਉਂਕਿ ਉਹ ਇੱਕ ਜੂਸ ਨਹੀਂ ਹੈ, ਉਹ ਇੱਕ ਲਹੂ ਹੈ ਜਿਹੜਾ ਤੁਹਾਡੇ ਅਤੇ ਮੇਰੇ ਪਾਪਾਂ ਦੇ ਲਈ ਉਸ ਕਲਵਰੀ ਕਰੂਸ ਉੱਤੇ ਬਹਾਇਆ ਗਿਆ। ਅਤੇ ਮੇਰੇ ਜੀਜੋ, ਅਸੀਂ ਉਸ ਲਹੂ ਦੇ ਅੱਜ ਕੀ ਅਧੀਨ ਆ। ਉਸੇ ਲਹੂ ਨੇ ਸਾਨੂੰ ਪਾਪਾਂ ਤੋਂ ਛੁਟਕਾਰਾ ਦਿੱਤਾ ਹੈ, ਉਸੇ ਲਹੂ ਨੇ ਸਾਡੀ ਜ਼ਿੰਦਗੀਆਂ ਦੇ ਵਿੱਚੋਂ ਬਿਮਾਰੀਆਂ ਨੂੰ ਕੀ ਕੱਢਿਆ ਹੈ, ਅਤੇ ਉਸੇ ਲਹੂ ਨੇ ਸਾਨੂੰ ਆਜ਼ਾਦ ਕੀਤਾ ਹੈ। ਅਗਰ ਅਸੀਂ ਅੱਜ ਆਜ਼ਾਦ ਹਾਂ, ਉਸ ਦੇ ਅਧੀਨ ਰਹੀਏ। ਅਗਰ ਅੱਜ ਉਸ ਲਹੂ ਨੇ ਸਾਨੂੰ ਆਜ਼ਾਦ ਕੀਤਾ ਹੈ, ਅਗਰ ਉਸ ਲਹੂ ਨੇ ਸਾਨੂੰ ਮਾਫ ਕੀਤਾ ਹੈ, ਉਸ ਦੇ ਅਧੀਨ ਹੋ ਕੇ ਉਸ ਦਾ ਆਦਰ ਕਰੀਏ, ਉਸ ਦਾ ਸਤਿਕਾਰ ਕਰੀਏ। ਆइए ਅਸੀਂ ਆਪਣੀ ਅੱਖਾਂ ਨੂੰ ਬੰਦ ਕਰੀਏ, ਆइए ਅਸੀਂ ਆਪਣੀ ਅੱਖਾਂ ਨੂੰ ਬੰਦ ਕਰੀਏ। ਕੁਝ ਸਮੇਂ ਘੁਟਨਿਆਂ ਪਾਰ ਬਹਿ ਕੇ ਜਿੰਨੇ ਲੋਕ ਬੈਠ ਸਕਦੇ ਨੇ ਪ੍ਰਾਰਥਨਾ ਕਰੀਏ, अपने आप की जांच करिए, अपने आप की परख करिए, ना कि कुरंथिया दी कलीसिया वांगू होवे, कुरंथिया दी कलीसिया वांगर ना होवे। क्योंकि परमेश्वर दा दास उन्हां नूं कह रहा है अनादि खुदा इस नूं भी अपने घर दियां रोटियां वांगर खांदे हो, इस प्याले नूं अपने घर दे पानी वांगर पींदे हो। प्रभु भोज दे विच अज शामिल होना है प्रभु जी, अपने प्रभु भोज विच शामिल होना है, माफ करना वचन दे सुने पवित्र प्रभु सानू प्यार दे विच वधा, गुस्सा खत्म कर दईए, एक-एक किरपा करना प्रभु जी, एक-एक रहम करना प्रभु जी, एक-एक बड़ा फजल करना प्रभु जी। आज अपने लोकां दे दिलां नूं पाक प्यार विच आ जाइए, नाले तुहाडे लोक नाले प्रभु जी प्यार दे नाल इस नूं ग्रहण करने वाले बन जाइए प्रभु जी, प्यार दे नाल इस नूं ग्रहण करने वाले बन जाइए, उस दी कुर्बानी नूं याद करने वाले बन जाइए। सर्वदा उस दी इस कुर्बानी दे विच जद प्रभु भोज दी रस्म नूं करदे कहिए प्रभु असीं हमेशा इस विच दाखिल होइए। आज तुहाडे लोक तुहाडे नाम दे विच बणे रहण प्रभु जी, प्रभु कमियां कटियां नूं दूर कर दे, गलतियां गुनाहां नूं माफ कर दे, मदद करना प्रभु जी। प्रभु जी का धन्यवाद करते हैं, थैंक यू सर्वशक्तिमान अनुग्रहकारी पिता सी आप जी का धन्यवाद करते हैं प्रभु इस समय दे लई खुदा जो तुसीं अपने लोकां दी जिंदगी दे विच दित्ता सी कि प्रभु असीं अपने आप दी जांच करिए, अपने आप दी परख करिए। प्रभु सचमुच खुदाया
प्रभु जी असी अपने आप दी जांच करने वाले बन जाइए, अपने आप दी परख करने वाले बन जाइए प्रभु जी। इस रोटी अथवा प्याले नूं लैके अपने शरीरां विच ढन लगवाउण वाले ना बनिए, बल्कि प्रभु जी जदे प्रभु जी तुहाडा बदन तुहाडा लहू साडे शरीरां विच जाके प्रभु जी शरीक होवे, प्रभु जी साडे शरीरां विचों बीमारियां निकल जाण प्रभु जी। तुसीं सानू फलदार कर देना प्रभु जी, आशीषित कर देना प्रभु। तुहाडा धन्नवाद करदे आ प्रभु। राधन नूं अपने हत्थां विच लैके चलाया, जिन्ने आए वड्डी बरकत दिता प्रभु जी। मेरी प्रार्थना है प्रभु जी जदों प्रभु असीं तुहाडे प्रभु भोज दे विच शामिल होना प्रभु जी, सचमुच खुदाया ये वचन तेरे लोकां दी जिंदगियां विच कार्य करे प्रभु जी। प्रभु भोज विच शरीक होण तो पहला प्रभु जी गुस्से गिले दूर कर दिए, प्यार दे विच वध जाइए प्रभु। दूसरी गल खुदाया असीं प्रभु जी तुहाडी कुर्बानी नूं हमेशा याद करने वाले बन जाइए, अते प्रभु जी तीसरी गल खुदाया असीं प्रभु जी इस नूं हमेशा जद भी हुंदा है प्रभु जी इस प्रभु भोज विच शरीक होण वाले बन जाइए प्रभु जी। कमियां नूं दूर कर दो, घटियां नूं पूरियां कर दो प्रभु। तुहाडा धन्नवाद करदे आ अते प्रभु जी हमेशा अपने आप दी पहचान करने वाले बन जाइए, अपने आप दी जांच करने वाले बन जाइए प्रभु। तुहाडा धन्नवाद करदे प्रभु जी, ना कि खुदा करंथिया दी कलीसिया वांगर प्रभु जी, बल्कि प्रभु जी एक अच्छा कलीसिया दी न्याय प्रभु जी तुसीं प्रभु जी साडी कलीसिया नूं बना दो प्रभु। तुहाडा धन्नवाद करदे आ, हर एक प्रभु जी कमियां कटियां माफ कर देना प्रभु। मेरी प्रार्थना हो सकदा प्रभु बीते दिनां दे विच प्रभु जी जां प्रभु जी बीते महीने दे विच प्रभु जी तेरे लोग तेरे घर दे विच नहीं आए प्रभु जी। हो सकदा प्रभु कई और प्रकार दे रीजन से कई कारण सी, पर प्रभु तुसीं अज माफ कर देना अपने लोकां दीयां गलतियां नूं प्रभु जी खिमा कर देना प्रभु। तुहाडा धन्नवाद करदे आ प्रभु जी, तुसीं माफ करने वाले खुदा प्रभु। जद प्रभु असीं तुहाडी पाक मेज दे विच प्रभु जी पहला सानू सारे नूं पाक कर दो, पवित्र कर दो प्रभु। तुहाडा धन्नवाद करदे आ, दया करना कृपा करना अगे दे समय नूं प्रभु जी प्रभु बोझ दी रस्म नूं तुहाडे हत्थां विच दे दिंदे प्रभु यीशु दे नाम दे विच मंगदे हां। हालेलुया हालेलुया।